ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਅੱਗੇ ਜੋ ਸਾਈਕਲਿਕ ਗਰੁੱਪ ਕਰ ਰਹੇ ਹਾਂ ਉਹਦੀ ਅੱਗੇ ਥਿਊਰਮ ਕੰਟੀਨਿਊ ਕਰਨੀ ਹੈ। ਜੋ ਅੱਜ ਥਿਊਰਮ ਕਰਨੀ ਹੈ ਉਹਦੀ ਸਟੇਟਮੈਂਟ ਦੇਖ ਲਓ। An infinite cyclic group has precisely two generators। ਜੇ ਕੋਈ ਵੀ ਇਨਫਾਈਨਾਈਟ ਸਾਈਕਲਿਕ ਗਰੁੱਪ ਹੈਗਾ ਉਹਦੇ ਸਿਰਫ ਦੋ ਜਨਰੇਟਰ ਹੋਣਗੇ, ਦੋ ਤੋਂ ਵੱਧ ਜਨਰੇਟਰ ਨਹੀਂ ਹੋਣਗੇ। ਇਹ ਆਪਾਂ ਸ਼ੋਅ ਕਰਨਾ ਇਹਦੇ ਵਿੱਚ। ਕੋਈ ਵੀ ਸਾਈਕਲਿਕ ਗਰੁੱਪ ਹੈ ਉਹਦੇ ਜਨਰੇਟਰ ਸਿਰਫ ਦੋ ਹੀ ਹੋਣਗੇ, ਇਸ ਤੋਂ ਵੱਧ ਨਹੀਂ ਹੋਣਗੇ। ਇਹ ਆਪਾਂ ਸ਼ੋਅ ਕਰਨਾ। ਸੋ ਦੇਖੋ, ਆਪਾਂ ਸਪੋਜ਼ ਕਰ ਲਿਆ ਲੈਟ G be any infinite cyclic group। G कोई भी infinite cyclic group एंड ਆਪਾਂ सपोज कर लिया कि G जो है वो जनरेटेड बाय A। जे साइक्लिक ग्रुप है तो जनरेटेड बाय A होगा किसे कोई वेयर A belongs to G, A G ਚ ਹੋਊਗਾ। ਇਹਦਾ ਮਤਲਬ ਕੀ ਹੁੰਦਾ, therefore B for all B belongs to G we have B is equals to A the power n for some integer n। ਇਹ ਕੀਤਾ ਹੋਇਆ ਆਪਾਂ ਜਿਹੜਾ B ਹੋਊਗਾ G ਦੇ ਹਰੇਕ ਐਲੀਮੈਂਟ ਨੂੰ ਜਨਰੇਟਰ ਦੀ ਪਾਵਰ ਲਿਖ ਸਕਦੇ ਹਾਂ। B ਦੇ ਹਰੇਕ ਐਲੀਮੈਂਟ ਨੂੰ A ਦੀ ਪਾਵਰ ਆਪਾਂ ਲਿਖ ਸਕਦੇ ਹਾਂ। ਇਹ ਕੀਤਾ ਹੋਇਆ ਆਪਾਂ ਨੇ। ਨਾਓ B ਨੂੰ ਆਪਾਂ ਇਦਾਂ ਲਿਖ ਸਕਦੇ ਹਾਂ ਕਿ A ਦੀ ਪਾਵਰ -n ਫਿਰ -1 ਪॉजिटिव हो जाएगा। ਜਿਹਨੂੰ ਇਦਾਂ ਕਹਿ ਦੋ, ਜੇ ਇਦਾਂ ਕਹਿ ਦੋ ਸਿੱਧੀ ਪਾ ਲਓ A ਦੀ ਪਾਵਰ 1 -1 -n। ਇਹ ਲਿਖ ਲਿਆ ਆਪਾਂ A ਦੀ ਪਾਵਰ -1 into m where m ਕੀ ਮੰਨੇ ਆਪਾਂ -n, A ਵੀ ਕੀ ਹੈ ਇੰਟੀਜਰ। B ਜੋ ਹੈ ਆਪਣੇ ਕੋਲ ਉਹ A ਇਨਵਰਸ ਦੀ ਪਾਵਰ m ਲਿਖ ਲਿਆ ਆਪਾਂ ਨੇ। ਜੇ n ਕੋਈ ਵੀ ਇੰਟੀਜਰ ਹੈਗਾ ਤਾਂ ਮਾਈਨਸ ਪਾਵਾਂਗੇ ਤਾਂ ਇੰਟੀਜਰ ਹੀ ਰਹੂਗਾ, ਉਹਨਾਂ ਇੰਟੀਜਰ ਨੂੰ ਫਰਕ ਨਹੀਂ ਪੈਂਦਾ ਹੈਗਾ। ਤਾਂ B ਜਿਹੜਾ ਹੋਊਗਾ ਉਹ ਪੱਕਾ A ਦੀ ਪਾਵਰ ਇਦਾਂ ਲਿਖ ਸਕਦੇ ਹੈਗੇ। ਤਾਂ B ਕੀ ਮੰਨਿਆ ਆਪਾਂ, ਫॉर ਐਵਰੀ ਐਲੀਮੈਂਟ ਲਿਆ। ਜੇ ਕੋਈ ਵੀ ਐਲੀਮੈਂਟ ਆਪਾਂ ਲਵਾਂਗੇ ਫॉर ਆਲ ਪਾਇਆ, ਮੈਂ ਸਾਰੇ ਐਲੀਮੈਂਟ ਨੇ, ਮੈਂ ਸਾਰੇ ਐਲੀਮੈਂਟ ਨੂੰ ਆਪਾਂ -A ਦੀ ਪਾਵਰ ਵੀ ਲਿਖ ਸਕਦੇ ਹਾਂ। ਜੇ B ਦੇ ਹਰੇਕ ਐਲੀਮੈਂਟ ਨੂੰ ਕਿਸੇ ਐਲੀਮੈਂਟ ਦੀ ਪਾਵਰ ਲਿਖ ਸਕਦੇ ਤਾਂ ਉਹ ਜਨਰੇਟਰ ਹੁੰਦਾ ਜੀ। ਤਾਂ ਆਪਾਂ ਇੱਥੋਂ ਕਹਾਂਗੇ therefore G ਨੂੰ ਆਪਾਂ ਕਹਿ ਸਕਦੇ ਹੈਗੇ ਇਹਦਾ ਜਨਰੇਟਰ ਕੀ ਹੈਗਾ, A ਦੀ ਪਾਵਰ। therefore G has, ਫਿਲਹਾਲ ਆਪਾਂ ਨੇ ਜਨਰੇਟਰਸ ਕਿਹੜੇ ਕਰਤੇ ਆਪਾਂ ਨੇ, ਇੱਕ A ਆ, ਇੱਕ A ਦੀ ਪਾਵਰ -1 ਕਿ G ਦੇ ਜੋ ਦੋ ਜਨਰੇਟਰ ਨੇ A ਤੇ A ਦੀ ਪਾਵਰ -1। ਹੁਣ ਆਪਾਂ ਨੇ ਇਹ ਸ਼ੋਅ ਕਰਨਾ ਇਹਦੇ ਵਿੱਚ ਕਿ ਇਹਦੇ ਵਿੱਚ ਸਿਰਫ ਆਹੀ ਜਨਰੇਟਰ ਹੋਣਗੇ, ਇਸ ਤੋਂ ਇਲਾਵਾ ਕੋਈ ਹੋਰ ਜਨਰੇਟਰ ਨਹੀਂ ਹੋਣਗੇ। ਸਟੇਟਮੈਂਟ ਕਿਹਾ ਪ੍ਰੀਸਾਈਜ਼ਲੀ, ਮਤਲਬ ਸਿਰਫ ਆਹੀ ਦੋ ਜਨਰੇਟਰ ਹੋਣਗੇ। ਇਹ ਤਾਂ ਆਪਾਂ ਸ਼ੋਅ ਕੀਤਾ ਕਿ ਆਹ ਦੋ ਤਾਂ ਪੱਕਾ ਜਨਰੇਟਰ ਹੈਗੇ ਨੇ। ਇਸ ਤੋਂ ਇਲਾਵਾ ਜੇ ਕੋਈ ਹੋਰ ਆਪਾਂ ਜਨਰੇਟਰ ਮੰਨਾਂਗੇ ਤਾਂ ਇਹ ਸ਼ੋਅ ਕਰਨਾ ਆਪਾਂ ਨੇ ਕਿ ਇਸ ਤੋਂ ਇਲਾਵਾ ਕੋਈ ਹੋਰ ਜਨਰੇਟਰ ਲਵਾਂਗੇ ਉਹ ਇਹਨਾਂ ਵਿੱਚੋਂ ਹੀ ਕੋਈ ਇੱਕ ਹੋਊਗਾ, ਮਤਲਬ ਜਨਰੇਟਰ ਸਿਰਫ ਦੋ ਹੀ ਹੋਣਗੇ। ਤਾਂ ਸਪੋਜ਼ ਕਰ ਲਿਆ, suppose that G is equals to ਇਹ ਲੈ ਲਿਆ ਆਪਾਂ ਨੇ, that is B is the generator of G। ਜਿਹੜਾ B ਹੈ ਉਹਨੂੰ ਆਪਾਂ G ਦਾ ਜਨਰੇਟਰ ਸਪੋਜ਼ ਕਰ ਲਿਆ। ਜੇ B ਨੂੰ ਆਪਾਂ ਜਨਰੇਟਰ ਆਫ G ਸਪੋਜ਼ ਕਰ ਲਿਆ ਕੋਈ ਹੋਰ, ਤਾਂ ਆਪਾਂ ਇਹ ਸ਼ੋਅ ਕਰਾਂਗੇ, ਜੇ ਆਪਾਂ ਇਹ ਸ਼ੋਅ ਕਰਨਾ ਕਿ ਜਨਰੇਟਰ ਸਿਰਫ ਦੋ ਹੋਣਗੇ। ਜੇ ਕੋਈ ਹੋਰ ਜਨਰੇਟਰ ਆਪਾਂ ਲਵਾਂਗੇ ਉਹ ਸ਼ੋਅ ਕਰਾਂਗੇ ਕਿ ਇਹਨਾਂ ਨਾਲ ਹੀ ਮੈਚ ਕਰੇਗਾ। ਇਹਦਾ ਮਤਲਬ ਇਹ ਬਣ ਜਾਏਗਾ ਜੇ ਕੋਈ ਵੀ ਆਪਾਂ ਜਨਰੇਟਰ ਲਵਾਂਗੇ ਉਹ ਇਹਨਾਂ ਨਾਲ ਜੇ ਮੈਚ ਕਰ ਗਿਆ ਤਾਂ ਜਨਰੇਟਰ ਸਿਰਫ ਦੋ ਪ੍ਰਕਾਰ ਦੇ ਹੋਣਗੇ ਆਪਣੇ। तो ध्यान दो, कोई होर जनरेटर इहनूं किवें प्रूव करना आपां ने, वो देखो
ਆਪਾਂ ਨੇ ਮੰਨਿਆ ਹੋਇਆ ਹੈ ਕਿ ਸਿੰਸ A ਜੋ ਹੈ ਉਹ G ਚ ਬਿਲੋਂਗ ਕਰਦਾ, ਮੰਨਿਆ ਹੈ। ਐਂਡ G ਕੀ ਹੈਗਾ, ਆਪਾਂ ਨੇ ਇਹ ਵੀ ਮੰਨਿਆ ਹੈ ਕਿ G ਜੋ ਹੈ ਉਹ ਜਨਰੇਟਡ ਬਾਈ B ਹੈ। ਜਨਰੇਟਡ ਬਾਈ B ਦਾ ਮਤਲਬ ਕੀ ਬਣ ਗਿਆ ਕਿ G ਦੇ ਹਰੇਕ ਐਲੀਮੈਂਟ ਨੂੰ B ਦੀ ਪਾਵਰ ਲਿਖ ਸਕਦੇ ਹਾਂ। Therefore ਜਿਹੜਾ A ਹੋਊਗਾ ਇਹ B ਦੀ ਕੋਈ ਨਾ ਕੋਈ ਪਾਵਰ ਹੋਏਗਾ। ਧਿਆਨ ਦਿਓ ਜੀ, ਜਨਰੇਟਰ ਕੀ ਹੁੰਦਾ ਆਪਣੇ ਕੋਲ, G ਦੇ ਹਰੇਕ ਐਲੀਮੈਂਟ ਨੂੰ B ਦੀ ਪਾਵਰ 'ਚ ਆਪਾਂ ਲਿਖ ਸਕਦੇ ਹੈਗੇ, ਤਾਂ A G ਵਿੱਚੋਂ ਹੀ ਆ, B ਜਨਰੇਟ ਕਰ ਰਿਹਾ ਉਸਨੂੰ, ਤਾਂ A ਵੀ B ਦੀ ਕੋਈ ਨਾ ਕੋਈ ਪਾਵਰ ਹੋਏਗਾ। ਫॉर सम n1 belongs to integer। ਆਲਸੋ ਦੇਖੋ ਗੌਰ ਨਾਲ, ਜਨਰੇਟਰਸ ਗਰੁੱਪ ਦੇ ਵਿੱਚ ਹੀ ਹੁੰਦਾ, ਮਤਲਬ B ਜੋ ਹੈ ਗਰੁੱਪ ਦੇ ਵਿੱਚ ਐਂਡ G ਜੋ ਹੈ ਉਹ ਜਨਰੇਟਡ ਬਾਈ A ਹੈ। ਇਹ ਤਾਂ ਮੰਨਿਆ ਹੈ ਆਪਾਂ ਕਿ ਜਨਰੇਟਡ ਬਾਈ A ਹੋ ਰਿਹਾ, ਤਾਂ ਆਪਾਂ ਲਿਖ ਸਕਦੇ ਹੈਗੇ ਆ B ਨੂੰ A ਦੀ ਕੋਈ ਵੀ ਪਾਵਰ ਫॉर सम n2 belongs to integer, ਕੋਈ ਵੀ ਪਾਵਰ ਆਪਾਂ ਲਿਖ ਸਕਦੇ ਹੈਗੇ। Therefore A also A ਦੀ ਪਾਵਰ n2 ਜੋ ਹੈ, ਸਿੱਧੇ ਹੀ ਪਾ ਲਓ ਇੱਥੇ, A ਜੋ ਹੈ ਉਹ B ਦੀ ਪਾਵਰ n1 ਦੇ ਇਕੁਅਲ। ਆ B ਦੀ ਵੈਲਿਊ ਭਰਤੀ ਇਹਦੇ ਵਿੱਚ, B ਕੀ ਹੈਗਾ A ਦੀ ਪਾਵਰ n2 ਦੀ ਪਾਵਰ n1, ਤਾਂ ਇੱਥੋਂ ਸ਼ੋ ਹੋ ਗਿਆ ਕਿ A equals to n1 n2। ਇਹਨੂੰ ਆਪਾਂ ਨੇ ਪੋਸਟ ਜਾਂ ਪ੍ਰੀ ਜਿਸ ਤਰ੍ਹਾਂ ਮਰਜ਼ੀ ਕਰ ਲਓ, ਇਹਨੂੰ ਪੋਸਟ ਮਲਟੀਪਲਾਈ ਕੀਤਾ ਜੀ ਬਾਈ A ਇਨਵਰਸ ਨਾਲ, ਇਹ ਬਣ ਗਿਆ A ਦੀ ਪਾਵਰ n1 n2 -1, ਇਹ E ਹੋ ਗਿਆ। ਇੱਥੋਂ ਬਣ ਗਿਆ ਕਿ A ਦੀ ਪਾਵਰ n1 n2 -1 equal to E। ਹੁਣ ਧਿਆਨ ਦਿਓ, ਇਹ ਪਹਿਲਾਂ ਗੱਲ ਕੀਤੀ, ਇਹਨੂੰ ਪਤਾ ਹੋਊਗਾ, ਸ਼ਾਇਦ ਪਤਾ ਹੋਵੇ ਇਹਦੇ ਬਾਰੇ, ਪਹਿਲਾਂ ਬਹੁਤ ਵਾਰੀ ਗੱਲ ਕੀਤੀ ਹੈ। ਜੇ ਆਰਡਰ ਆਫ A equal to 10 ਹੋਵੇ, ਇਹ ਪਿਛਲੇ ਲੈਕਚਰ ਕੀਤਾ ਹੋਇਆ ਆਪਾਂ ਨੇ, ਇੱਥੋਂ ਦੋ ਗੱਲਾਂ ਕਨਫਰਮ ਹੁੰਦੀਆਂ ਕਿ ਇੱਕ ਦਾ A ਦੀ ਪਾਵਰ 10 ਪੱਕਾ E ਹੋਊਗਾ, ਇੱਕ ਲੀਸਟ ਪੋਜ਼ਿਟਿਵ ਇੰਟੈਗਰਲ ਪਾਵਰ ਹੋਊਗੀ ਜਿਹਦੇ ਵਾਸਤੇ E ਬਣੇਗਾ। ਇਸ ਤੋਂ ਛੋਟੀ ਪੋਜ਼ਿਟਿਵ ਇੰਟੈਗਰਲ ਪਾਵਰ ਵਾਸਤੇ, ਮਤਲਬ A ਦੀ ਪਾਵਰ 1 ਵੀ E ਨਹੀਂ ਹੋਊਗਾ, A ਦੀ ਪਾਵਰ 2 ਵੀ E ਨਹੀਂ ਹੋਊਗਾ, ਅਪ ਟੂ ਸੋਨ A ਦੀ ਪਾਵਰ 9 ਇਹ ਵੀ E ਨਹੀਂ ਬਣੇਗਾ। ਇਸ ਤੋਂ ਛੋਟੇ ਇੰਟੈਗਰਲ ਪਾਵਰ ਵਾਸਤੇ ਕਦੇ ਵੀ E ਨਹੀਂ ਬਣਦਾ ਹੈਗਾ। ਇੱਥੋਂ ਦਾ ਆਰਡਰ ਦਾ ਦੋ ਗੱਲਾਂ ਕਨਫਰਮ ਹੁੰਦੀਆਂ। ਇੱਥੋਂ ਜੇ ਇਕੱਲਾ A ਦੀ ਪਾਵਰ 10 ਇਕੁਅਲ ਟੂ E ਦਿੱਤਾ ਹੋਵੇ ਤਾਂ ਇੱਥੋਂ ਗੱਲ ਕੀ ਕਲੀਅਰ ਹੋ ਰਹੀ ਹੈ? ਇੱਥੋਂ ਗੱਲ ਕਲੀਅਰ ਹੋ ਰਹੀ ਆ ਕਿ ਆਰਡਰ ਆਫ A ਇਹ ਪੱਕਾ ਨਿਕਲੇਗਾ। ਇਹ ਗੱਲ ਪਹਿਲਾਂ ਕੀਤੀ ਹੋਈ ਹੈ, ਨਹੀਂ ਕੀਤੀ ਦੁਬਾਰਾ ਦੇਖ ਲਓ, ਨਹੀਂ ਯਾਦ ਹੈਗੀ। ਜੇ A ਦੀ ਪਾਵਰ 10 ਇਕੁਅਲ ਟੂ E ਹੋਵੇ ਤਾਂ ਆਰਡਰ ਆਫ A ਪੱਕਾ ਐਗਜ਼ਿਸਟ ਕਰੂਗਾ, ਉਹ 10 ਵੀ ਆ ਸਕਦਾ, 10 ਤੋਂ ਘੱਟ ਵੀ ਆ ਸਕਦਾ। ਜੇ ਇਸ ਤੋਂ ਪਹਿਲਾਂ E ਨਾ ਬਣਿਆ ਤਾਂ 10 ਵਾਸਤੇ E ਬਣ ਹੀ ਰਿਹਾ, ਫਿਰ 10 ਆ ਜਾਊਗਾ। ਜੇ ਇਸ ਤੋਂ ਪਹਿਲਾਂ ਉਹਦੇ ਸਿਰਫ ਇਹ ਗੱਲ ਕਹੀ ਹੈ ਕਿ A ਦੀ ਪਾਵਰ 10 E ਆ, ਇੱਥੇ ਇਹ ਨਹੀਂ ਕਿਹਾ ਕਿ ਪਹਿਲਾਂ ਕੀ ਹੈ। ਜੇ ਪਹਿਲਾਂ ਵੀ E ਬਣ ਗਿਆ ਉਹ ਆਰਡਰ ਹੋ ਜਾਊਗਾ, ਅਦਰਵਾਈਜ਼ ਜੇ ਪਹਿਲਾਂ ਨਾ ਬਣਿਆ ਤਾਂ 10 ਤਾਂ ਹੈਗਾ ਹੀ ਹੈਗਾ, ਤਾਂ ਆਰਡਰ ਦੀ ਵੈਲਿਊ ਜੋ ਹੈਗੀ ਆ 10 ਜਾਂ 10 ਤੋਂ ਘੱਟ ਆਊਗੀ। ਇੱਥੋਂ ਆਰਡਰ ਜੋ ਹੈਗਾ ਇੱਥੋਂ ਕਹਿ ਸਕਦੇ ਹਾਂ ਆਪਾਂ ਆਰਡਰ ਆਫ A ਇਹ ਕੀ ਹੋਊਗਾ, ਲੈਸ ਦੈਨ ਔਰ ਇਕੁਅਲ ਟੂ n1 n2 -1। ਜਾਂ ਤਾਂ n1 n2 -1 ਇਹੀ ਆਰਡਰ ਹੋਊਗਾ। ਇਹ ਆਰਡਰ ਕਦੋਂ ਹੋਊਗਾ? ਜੇ ਇਸ ਤੋਂ ਪਹਿਲਾਂ ਕਦੇ 1 ਨਾ ਬਣੇ। ਜੇ ਪਹਿਲਾਂ ਬਣ ਗਿਆ ਤਾਂ ਉਹ ਵੈਲਿਊ ਆ ਜਾਊਗੀ, ਤਾਂ ਆਰਡਰ ਜੋ ਹੋਊਗਾ ਇਸ ਤੋਂ ਛੋਟਾ ਹੋਊਗਾ ਜਾਂ ਬਰਾਬਰ ਹੋਊਗਾ। ਹੁਣ ਧਿਆਨ ਦਿਓ, n1 n2 ਆਪਾਂ Z ਚੋਂ ਮੰਨੇ ਹੋਏ ਨੇ, ਮਤਲਬ n1 ਕੋਈ ਆਪਾਂ Z ਵਿੱਚੋਂ ਲਿਆ, ਇਹ ਕੋਈ ਨਾ ਕੋਈ ਇੰਟੀਜਰ ਹੈ, ਮਤਲਬ n1 ਜਿਵੇਂ 100 ਮੰਨ ਲਿਆ, ਇਹ ਕੋਈ ਨਾ ਕੋਈ ਇੰਟੀਜਰ ਹੈ ਆਪਣੇ ਕੋਲ। n2 ਆਪਾਂ ਮੰਨ ਲਓ 20 ਮੰਨ ਲਿਆ, ਇਹ ਦੋਨੇ ਆਪਾਂ Z ਚੋਂ ਮੰਨੇ ਨੇ। ਮੰਨਣ ਦਾ ਭਾਵ ਕੀ ਹੈਗਾ
कि n1 ਤੇ n2 ਦੀ ਕੋਈ ਨਾ ਕੋਈ ਵੈਲਿਊ ਹੈ, ਕੋਈ ਨਾ ਕੋਈ ਵੈਲਿਊ ਹੈ ਦਾ ਮਤਲਬ कि n1 ਤੇ n2 ਦੋਨੇ ਫਾਈਨਾਈਟ ਲਏ ਨੇ, ਕੋਈ ਨਾ ਕੋਈ ਪਾਵਰ ਤਾਂ ਲਿਖਾਂਗੇ ਆਪਾਂ। n1 ਤੇ n2 ਦੋਨੇ ਫਾਈਨਾਈਟ ਨੇ, ਦੋਨਾਂ ਦੀ ਵੈਲਿਊ ਆਪਾਂ ਨੂੰ ਪਤਾ। ਜੇ n1 ਤੇ n2 ਦੋਨੇ ਫਾਈਨਾਈਟ ਨੇ, ਜੇ n1 into n2 ਕਰਾਂਗੇ ਫਿਰ ਇਹ ਵੀ ਪਤਾ, ਇਹ ਵੀ ਪਤਾ, ਇਹਦਾ ਆਂਸਰ ਵੀ ਪਤਾ ਹੀ ਹੋਊਗਾ। ਜਿਹੜੀ ਵੈਲਿਊ ਪਤਾ ਹੋਵੇ ਉਹਨੂੰ ਫਾਈਨਾਈਟ ਕਹਿੰਦੇ ਆ। ਇਹਦੀ ਵੈਲਿਊ ਪਤਾ ਹੋਊਗੀ ਆਪਣੀ, ਫਾਈਨਾਈਟ ਆਏਗੀ। ਜੇ ਇਹਦੀ ਵੈਲਿਊ ਪਤਾ, ਮੰਨ ਲਓ ਇਹ ਆ ਗਿਆ 2000 ਆ ਗਿਆ, ਉਹਦੇ ਵਿੱਚੋਂ ਜਿਹੜੀ ਵੈਲਿਊ ਪਤਾ ਜੇ ਆਪਾਂ 1 ਮਾਈਨਸ ਕਰ ਦਈਏ ਫਿਰ ਤਾਂ ਆ ਵੀ ਵੈਲਿਊ ਕੀ ਆਊਗੀ ਆਪਣੇ ਕੋਲ, ਪਤਾ ਹੋਊਗੀ, ਮਤਲਬ ਫਾਈਨਾਈਟ ਆਊਗੀ। ਤਾਂ ਇਹ ਵੈਲਿਊ ਕੀ ਹੈਗੀ ਆਪਣੇ ਕੋਲ, ਫਾਈਨਾਈਟ। ਕਿਉਂ? ਬਿਕੋਜ਼ n1 ਤੇ n2 ਆਰ, ਇਹ ਦੋਨੇ ਨੰਬਰ ਜੋ ਹੈ ਉਹ ਫਾਈਨਾਈਟ ਨੇ। ਇਹ ਆਪਾਂ ਨੂੰ ਗਿਵਨ। ਹੁਣ ਆਰਡਰ ਆਫ A ਕਿਸੇ ਫਾਈਨਾਈਟ ਵੈਲਿਊ ਦੇ ਬਰਾਬਰ ਆ ਰਿਹਾ ਜਾਂ ਲੈਸ ਆ ਰਿਹਾ। ਮਤਲਬ ਮੈਂ ਇਦਾਂ ਕਹਾਂ, ਆਰਡਰ ਆਫ A ਜਿਵੇਂ ਆ ਫਾਈਨਾਈਟ ਵੈਲਿਊ ਆ, ਆਰਡਰ ਆਫ A ਲੈਸ ਦੈਨ ਇਕੁਅਲ ਟੂ ਫਾਈਨਾਈਟ ਵੈਲਿਊ ਆ, ਤੇਰਾ ਮਤਲਬ ਕੀ ਬਣ ਗਿਆ, ਆਰਡਰ ਆਫ A ਕੀ ਹੋਊਗਾ ਪੱਕਾ, ਜੇ 10 ਤੋਂ ਘੱਟ ਆ ਰਿਹਾ, ਜੇ 10 ਆ ਗਿਆ ਤਾਂ ਹੀ ਫਾਈਨਾਈਟ ਆ। ਫਾਈਨਾਈਟ ਦਾ ਮਤਲਬ ਜਿਹੜੀ ਵੈਲਿਊ ਪਤਾ ਹੋਵੇ। ਤਾਂ ਆਰਡਰ ਆਫ A 10 ਤੋਂ ਘੱਟ ਆਊਗਾ, 10 ਤੋਂ ਘੱਟ ਜਿਹੜੀ ਮਰਜ਼ੀ ਵੈਲਿਊ ਆਵੇ, 1 2 3 4 9 ਤੱਕ, ਉਹ ਵੀ ਫਾਈਨਾਈਟ ਹੀ ਹੋਊਗੀ। ਤਾਂ ਆਪਾਂ ਕਹਿ ਸਕਦੇ ਹਾਂ ਇੱਥੋਂ ਕਿ therefore ਆਰਡਰ ਆਫ A ਕੀ ਹੋਊਗਾ, ਇਹ ਵੀ ਪੱਕਾ ਫਾਈਨਾਈਟ ਹੋਊਗਾ। ਹੁਣ ਇਹ ਪੋਸੀਬਲ ਨਹੀਂ ਹੈ। ਹੁਣ ਕਿਉਂ ਪੋਸੀਬਲ ਨਹੀਂ ਹੈ ਦੇਖੋ, which is not possible, ਸ਼ਾਇਦ ਧਿਆਨ ਚ ਆ ਗਿਆ ਹੋਵੇ। because ਇਹਦਾ ਮੀਨਿੰਗ ਕੀ ਹੁੰਦਾ, G ਗਰੁੱਪ ਸਾਈਕਲਿਕ ਆ, ਜਨਰੇਟਡ ਬਾय A। ਇਹ ਕੀਤਾ ਹੋਇਆ ਆਪਾਂ ਨੇ, ਜਿਹੜਾ ਜਨਰੇਟਰ ਹੁੰਦਾ ਉਹਦਾ ਆਰਡਰ ਗਰੁੱਪ ਨਾਲ ਮੈਚ ਕਰਦਾ ਹੁੰਦਾ। ਇਹ ਗਰੁੱਪ ਕੀ ਹੈ, G। as G is of infinite order, this implies order of A ਇਹ ਵੀ ਪੱਕਾ ਕੀ ਹੋਊਗਾ, infinite। infinite ਕਹਿ ਲਓ ਜੀ, ਚਾਹੇ ਆਪਾਂ ਇਦਾਂ ਕਹਿੰਦੇ ਹੁੰਦੇ ਕਿ order of A does not exist because infinity exist ਨਹੀਂ ਕਰਦਾ ਹੁੰਦਾ। ਇੱਥੋਂ ਦਾ ਇਹ ਪ੍ਰੂਵ ਕੀਤਾ ਹੋਇਆ ਕਿ ਗਰੁੱਪ ਦਾ ਆਰਡਰ ਜਨਰੇਟਰ ਦੇ ਆਰਡਰ ਨਾਲ ਮੈਚ ਕਰਦਾ ਹੁੰਦਾ। ਜੇ ਗਰੁੱਪ ਦੇ ਵਿੱਚ ਇਨਫਾਈਨਾਈਟ ਐਲੀਮੈਂਟਸ ਨੇ, ਇਹਦਾ ਆਰਡਰ ਇਨਫਾਈਨਾਈਟ ਆ ਤਾਂ ਇਹਦਾ ਆਰਡਰ ਪੱਕਾ ਇਨਫਾਈਨਾਈਟ ਹੋਊਗਾ। ਇੱਥੇ ਆ ਫਾਈਨਾਈਟ ਸ਼ੋ ਕਰੀ ਜਾ ਰਿਹਾ, ਇਸ ਕਰਕੇ ਨਾਟ ਪੋਸੀਬਲ ਆ। ਮਤਲਬ ਕਿ ਫਿਰ ਇਹ ਕੀ ਗੱਲ ਬਣੀ, ਇਹ ਤਾਂ ਪੱਕਾ ਆਪਾਂ ਸ਼ੋ ਕੀਤਾ, ਇਹ ਕਿਹੜਾ ਕੁਝ ਸਪੋਜ਼ ਕੀਤਾ ਆਪਾਂ ਨੇ, ਪੱਕਾ ਸਾਰਾ ਸ਼ੋ ਕੀਤਾ ਆਪਾਂ ਨੇ। ਇਹ ਸਾਰਾ ਸਟੈਪ ਬਾय ਸਟੈਪ ਸ਼ੋ ਕਰਕੇ ਆਪਾਂ ਇੱਥੇ ਪਹੁੰਚੇ, ਇਹਨੂੰ E ਪੱਕਾ ਬਣਾਇਆ ਆਪਾਂ ਨੇ। ਤਾਂ ਇਹ ਇੱਥੋਂ ਆਪਾਂ ਆਰਡਰ ਨਹੀਂ ਡਿਸਾਈਡ ਕਰ ਸਕਦੇ, ਇਹ ਆਰਡਰ ਵਾਸਤੇ ਨਹੀਂ ਹੈ। ਹੁਣ ਇਹ ਕੀ ਗੱਲ ਬਣੀ, ਆਪਾਂ ਇੱਥੋਂ ਆਰਡਰ ਕਿਉਂ ਨਹੀਂ ਡਿਸਾਈਡ ਕਰ ਸਕਦੇ ਹੈਗੇ। ਧਿਆਨ ਦਿਓ, ਜੇ ਤੁਹਾਨੂੰ ਕਿਹਾ ਜਾਵੇ ਕਿ A ਦੀ ਪਾਵਰ 10 ਇਕੁਅਲ ਟੂ E, ਇੱਥੋਂ ਆਪਾਂ ਆਰਡਰ ਡਿਸਾਈਡ ਕਰ ਸਕਦੇ ਹਾਂ। ਇੱਥੋਂ ਦੇਖ ਕੇ ਹੀ ਆਪਾਂ ਆਰਡਰ ਡਿਸਾਈਡ ਕੀਤਾ, ਇਹ ਗਲਤ ਆ ਗਿਆ। ਮਤਲਬ ਫਿਰ ਆਪਾਂ ਇੱਥੋਂ ਦੇਖ ਕੇ ਆਰਡਰ ਡਿਸਾਈਡ ਨਹੀਂ ਕਰ ਸਕਦੇ। ਹੁਣ ਇਹ ਗੱਲ ਕਿੱਦਾਂ ਬਣੀ, ਜੇ A ਦੀ ਪਾਵਰ 10 ਇਕੁਅਲ ਟੂ E ਹੋਵੇ ਤਾਂ ਪੱਕਾ ਆਪਾਂ ਆਰਡਰ ਡਿਸਾਈਡ ਕਰ ਸਕਦੇ ਹਾਂ। ਆਰਡਰ ਦੀ ਵੈਲਿਊ ਨਹੀਂ ਪਤਾ ਕੀ ਹੋਊਗੀ, ਪਰ ਇਹ ਤਾਂ ਦੱਸ ਸਕਦੇ ਕਿ ਆਰਡਰ ਜਿਹੜਾ ਹੋਊਗਾ A ਦਾ ਉਹ ਕੀ ਹੋਊਗਾ, ਲੈਸ ਦੈਨ ਇਕੁਅਲ 10 ਹੋਊਗਾ। ਜੇ ਨੈਗੇਟਿਵ ਪਾਵਰ ਵੀ ਆ ਗਈ, ਕੁਝ ਵੀ ਆਂਸਰ ਇਹਦਾ ਨੈਗੇਟਿਵ ਪਾਵਰ ਵੀ ਆ ਗਈ, ਤਾਂ ਵੀ ਆਪਾਂ ਆਰਡਰ ਡਿਸਾਈਡ ਕਰ ਸਕਦੇ ਹਾਂ। ਕਿਉਂ? ਦੋਨੇ ਪਾਸੇ ਇਨਵਰਸ ਲੈ ਲਿਆ, E ਦਾ ਇਨਵਰਸ E ਹੁੰਦਾ। ਇੱਥੋਂ ਕੀ ਬਣ ਜਾਏਗਾ, 10 ਇਕੁਅਲ ਟੂ E ਬਣ ਜਾਏਗਾ। ਤਾਂ ਇੱਥੋਂ ਵੀ ਆਪਾਂ ਡਿਸਾਈਡ ਕਰ ਸਕਦੇ ਹਾਂ ਜੋ ਆਰਡਰ ਆਫ A ਹੋਊਗਾ ਉਹ ਲੈਸ ਦੈਨ ਇਕੁਅਲ ਟੂ 10 ਹੋਊਗਾ। 10 ਜਾਂ 10 ਤੋਂ ਘੱਟ ਹੀ ਹੋਊਗਾ ਆਪਣੇ ਕੋਲ ਆਰਡਰ ਆਫ A। ਇਸ ਤੋਂ ਬਾਅਦ ਫਿਰ ਇੱਥੋਂ ਕੀ ਗੱਲ ਕਰ ਰਹੇ ਆਪਾਂ, ਕਿੱਥੋਂ ਦੇਖ ਕੇ ਆਰਡਰ ਡਿਸਾਈਡ ਨਹੀਂ ਕਰ ਸਕਦੇ।
ਇੱਕ ਵੈਲਿਊ ਹੈ ਅਜਿਹੀ ਜਿੱਥੋਂ ਦੇਖ ਕੇ ਆਪਾਂ ਆਰਡਰ ਡਿਸਾਈਡ ਨਹੀਂ ਕਰ ਸਕਦੇ। ਉਹ ਦੇਖੋ a ਦੀ ਪਾਵਰ 0 ਇਕੁਅਲ ਟੂ e ਹੁੰਦਾ ਪੱਕਾ, ਤਾਂ a ਦਾ ਆਰਡਰ ਕਿੰਨਾ ਉਹ ਦੱਸ ਨਹੀਂ ਸਕਦੇ ਆਪਾਂ। ਜੇ ਪੋਜ਼ਿਟਿਵ ਪਾਵਰ ਹੋਵੇ ਤਾਂ ਵੀ ਆਪਾਂ ਆਰਡਰ ਬਾਰੇ ਕੁਝ ਕੰਕਲੂਡ ਕਰ ਸਕਦੇ, ਦੱਸ ਸਕਦੇ ਹਾਂ। ਜੇ ਨੈਗੇਟਿਵ ਪਾਵਰ ਹੋਵੇ ਤਾਂ ਵੀ ਆਪਾਂ ਦੱਸ ਸਕਦੇ ਹਾਂ। ਜੇ ਆਪਣੇ ਕੋਲ 0 ਪਾਵਰ ਹੋਵੇ a ਦੀ ਪਾਵਰ 0 ਇਕੁਅਲ ਟੂ e ਆਵੇ ਤਾਂ ਪੱਕਾ ਹਮੇਸ਼ਾ ਹੁੰਦਾ ਹੀ ਹੁੰਦਾ। ਇੱਥੋਂ ਆਰਡਰ ਡਿਸਾਈਡ ਨਹੀਂ ਕਰ ਸਕਦੇ ਆਰਡਰ a ਦਾ ਆਰਡਰ ਕਿੰਨਾ ਹੋਵੇ। ਕਿਉਂ? ਕਿਉਂਕਿ ਆਰਡਰ ਵਾਸਤੇ ਪਾਵਰ ਪੋਜ਼ਿਟਿਵ ਚਾਹੀਦੀ ਹੁੰਦੀ, ਤਾਂ a ਦੀ ਪਾਵਰ 0 ਪੱਕਾ e ਹੋਊਗਾ। ਇੱਥੋਂ ਦਾ ਆਰਡਰ ਕਿੰਨਾ ਹੋਊਗਾ? ਇਹ ਤਾਂ ਫਾਰਮੂਲਾ ਹੀ ਹੁੰਦਾ। ਇੱਥੋਂ ਆਰਡਰ ਆਪਾਂ ਕਹਿ ਨਹੀਂ ਸਕਦੇ ਕੁਝ ਕਿ ਆਰਡਰ ਕਿੰਨਾ ਹੋਊਗਾ a ਦਾ, ਕਿਉਂਕਿ a ਦੀ ਪਾਵਰ 0 ਦਾ ਪੱਕਾ e ਹੁੰਦੀ ਹੈ। ਤਾਂ ਜੇ ਆਪਾਂ ਇੱਥੋਂ ਇਹਨੂੰ ਪੋਜ਼ਿਟਿਵ ਲੈ ਲਈਏ ਤਾਂ ਵੀ ਆਰਡਰ ਫਾਈਨਾਈਟ ਆਊਗਾ, ਇਹਨੂੰ ਨੈਗੇਟਿਵ ਲੈ ਲਈਏ ਤਾਂ ਵੀ ਆਰਡਰ ਫਾਈਨਾਈਟ ਆਊਗਾ। ਪਰ ਆਰਡਰ ਫਾਈਨਾਈਟ ਤਾਂ ਚਾਹੀਦਾ ਨਹੀਂ ਆਪਾਂ ਨੂੰ। ਪਰ ਇਹ ਚੀਜ਼ ਆਪਾਂ ਪ੍ਰੂਵ ਕੀਤੀ ਆ ਕਿ ਇਹ ਪੱਕਾ e ਬਰਾਬਰ ਹੋਊਗਾ, ਇਹ ਚੀਜ਼ ਸਹੀ ਹੈ। ਤਾਂ ਇਹ ਪਾਵਰ ਪੋਜ਼ਿਟਿਵ ਵੀ ਨਹੀਂ ਹੋ ਸਕਦੀ, ਗਲਤ ਹੋ ਜਾਏਗਾ, ਫਾਈਨਾਈਟ ਆਰਡਰ ਆ ਜਾਏਗਾ। ਨੈਗੇਟਿਵ ਹੋ ਗਈ ਤਾਂ ਵੀ ਆਰਡਰ ਫਾਈਨਾਈਟ ਆ ਜਾਏਗਾ। ਤਾਂ ਇਹ ਚੀਜ਼ ਜੇ ਟਰੂ ਹੈਗੀ ਹੈ ਤੇ ਪੱਕਾ 0 ਹੋਊਗੀ। ਤਾਂ therefore n1 n2 -1 ਪੱਕਾ 0 ਹੋਊਗਾ। ਇੱਕ ਗੱਲ ਹੋਰ ਦੇਖ ਲਓ, ਜੇ ਇੱਥੋਂ ਆਪਾਂ ਆਰਡਰ ਡਿਸਾਈਡ ਕਰਾਂਗੇ, ਇਸ ਚੀਜ਼ ਤੋਂ ਆਪਾਂ ਆਰਡਰ ਡਿਸਾਈਡ ਕਰਾਂਗੇ ਤਾਂ ਗਲਤ ਹੋ ਜਾਏਗਾ। ਜੇ ਇਸ ਚੀਜ਼ ਤੋਂ ਆਪਾਂ ਆਰਡਰ ਡਿਸਾਈਡ ਕੀਤਾ ਤਾਂ ਗਲਤ ਹੋ ਜਾਏਗਾ, ਕਿਉਂਕਿ ਆਰਡਰ ਫਾਈਨਾਈਟ ਆਊਗਾ, ਫਿਰ ਉਹ ਆਪਣਾ ਪੋਸੀਬਲ ਨਹੀਂ ਹੋਣਾ। ਤਾਂ ਇਸ ਚੀਜ਼ ਤੋਂ ਆਰਡਰ ਡਿਸਾਈਡ ਨਹੀਂ ਹੋਣਾ ਚਾਹੀਦਾ, ਤਾਂ ਹੀ ਆਪਣਾ ਕੁਝ ਸਹੀ ਲੱਗਦਾ। ਤੇ ਆਰਡਰ ਡਿਸਾਈਡ ਕਦੋਂ ਨਹੀਂ ਹੋਊਗਾ? ਜਦੋਂ ਪਾਵਰ 0 ਹੋਊਗੀ, ਚ ਆਪਾਂ ਆਰਡਰ ਡਿਸਾਈਡ ਨਹੀਂ ਕਰ ਸਕਦੇ ਕਿ a ਦਾ ਆਰਡਰ ਕਿੰਨਾ ਹੋਊਗਾ। ਇਸ ਕਰਕੇ ਇਹ ਪਾਵਰ ਪੱਕਾ 0 ਚਾਹੀਏ। ਇਹ ਦੋਨੇ ਰੀਜ਼ਨ ਨੇ, ਜਿਸ ਤਰ੍ਹਾਂ ਮਰਜੀ ਤੁਸੀਂ ਦੇਖ ਲਈਏ। ਤਾਂ ਇੱਥੋਂ ਕਿੰਨਾ ਆ ਗਿਆ? n1 n2 ਪੱਕਾ 1 ਦੇ ਇਕੁਅਲ ਸ਼ੋ ਹੋ ਗਿਆ। ਹੁਣ n1 ਤੇ n2 ਕੀ ਮੰਨੇ ਨੇ ਆਪਾਂ ਨੇ? ਦੋਨੇ ਇੰਟੀਜਰਸ ਨੇ। ਆਲਸੋ n1 ਤੇ n2 ਇਹ ਦੋਨੇ ਇੰਟੀਜਰ ਨੇ। ਦੋ ਇੰਟੀਜਰ ਦੀ ਪ੍ਰੋਡਕਟ 1 ਕਦੋਂ ਹੋਊਗੀ? ਇਹਦੇ ਆਪਾਂ ਆਨਸਰ ਕੱਢ ਸਕਦੇ। ਕਿਹੜੇ ਦੋ ਇੰਟੀਜਰ ਨੇ? ਇੰਟੀਜਰ ਬਟਾ ਵਿੱਚ ਨਹੀਂ ਹੁੰਦੇ, ਅਕਾਊਂਟ 'ਚ ਨਹੀਂ ਹੁੰਦੇ। ਕਿਹੜੇ ਦੋ ਇੰਟੀਜਰ ਨੇ ਅਜਿਹੇ ਜਿਨ੍ਹਾਂ ਨੂੰ ਮਲਟੀਪਲਾਈ ਕਰੀਏ ਆਪਾਂ ਆਨਸਰ 1 ਆਵੇ? ਤਾਂ ਕੀ ਹੋ ਸਕਦਾ ਹੇਅਰ? ਜਾਂ n1 ਤੇ n2 ਦੋਨੇ 1 ਹੋਣ, 1 into 1 1 ਬਣੇਗਾ, ਔਰ n1 equal to n2 ਕਿੰਨਾ ਹੋਵੇ? -1। ਜਾਂ ਦੋਨੇ 1 ਹੋਣ ਤਾਂ 1 ਆਊਗਾ, ਜੇ ਦੋਨੇ -1 ਹੋਣ ਤਾਂ ਵੀ -1 into -1 1 ਬਣੇਗਾ। ਕੋਈ ਹੋਰ ਆਨਸਰ ਨਹੀਂ ਕੱਢ ਸਕਦਾ, ਆਨਸਰ ਨਹੀਂ ਆਊਗਾ ਇਹਦਾ, ਕਿਉਂਕਿ ਇੰਟੀਜਰ ਲੈਣੇ ਆਪਾਂ। ਆਨਸਰ ਹੋਰ ਵੀ ਬਣਨਗੇ, ਜਿਵੇਂ 2 into 1/2 ਕੀਤਾ ਉਹ 1 ਆਏਗਾ, ਪਰ ਇਹ ਲੈਣੇ ਨਹੀਂ ਹੈਗਾ ਆਪਾਂ ਬਟਾ ਚ ਆਨਸਰ। ਕਿਉਂ? ਕਿਉਂਕਿ ਦੋਨੇ ਆਪਾਂ ਇੰਟੀਜਰ ਲੈਣੇ। ਤਾਂ ਸਿਰਫ ਦੋ ਹੀ ਪੋਸੀਬਲ ਆਨਸਰ ਨੇ। therefore ਜੋ ਆਪਣੇ ਕੋਲ n1 ਦਾ ਆਨਸਰ ਹੈ ਉਹ ਕਿੰਨਾ ਹੈ? 1 ਵੀ ਆ ਗਿਆ, -1 ਦੋਨੇ ਪਲੱਸ -1 ਆਇਆ, ਪਲੱਸ ਵੀ ਆ ਸਕਦਾ ਆਨਸਰ, -1 ਵੀ ਆ ਸਕਦਾ, ਤੇ n2 ਦਾ ਆਨਸਰ ਵੀ ਪਲੱਸ ਮਾਈਨਸ ਆ ਸਕਦਾ। ਹੁਣ ਦੇਖੋ ਆਪਾਂ ਨੇ ਕੋਈ ਹੋਰ ਜਨਰੇਟਰ B ਮੰਨਿਆ ਸੀ, ਆਲਸੋ B ਕੀ ਇਹ ਕੋਈ ਹੋਰ ਜਨਰੇਟਰ ਲਿਆ ਸੀ B ਆਪਾਂ ਨੇ, ਇੱਕ ਦੇ ਬਰਾਬਰ ਲਿਖਿਆ ਸੀ A ਦੀ ਪਾਵਰ n1। ਇਹ ਚੈੱਕ ਕਰ ਲਈਏ, ਇਹ ਆਪਾਂ ਇਦਾਂ ਨਹੀਂ, A ਦੀ ਪਾਵਰ n2 ਪਾਇਆ ਸੀਗਾ, ਪਿੱਛੋਂ ਚੈੱਕ ਕਰ ਲਈਏ। ਕੋਈ ਹੋਰ ਜਨਰੇਟਰ ਲਿਆ ਸੀ ਆਪਾਂ, ਉਹਦੇ ਪਿੱਛੇ ਪਾਇਆ ਸੀ ਆਪਾਂ A ਨੂੰ ਪਾਇਆ ਸੀ B ਦੀ ਪਾਵਰ n1 ਪਿੱਛੇ, ਜਿਹੜਾ ਇਸ ਤੋਂ ਪਿੱਛੇ ਕੀਤਾ ਆਪਾਂ। ਤਾਂ B ਜੋ ਹੈ ਉਹ A ਦੀ ਪਾਵਰ n2 ਹੋ ਗਿਆ। n2 ਦੀ ਵੈਲਿਊ ਕਿੰਨੀ ਹੈਗੀ ਆ? ਜਾਂ 1 ਆ ਸਕਦੇ ਆ ਜਾਂ -1। ਤਾਂ ਇਹ 1 ਆ ਸਕਦੀ ਆ ਜਾਂ ਕੀ ਆ ਸਕਦੀ ਆ? -1। ਤਾਂ ਜੇ ਕੋਈ ਹੋਰ ਜਨਰੇਟਰ ਲਵਾਂਗੇ, B ਲਿਆ ਆਪਾਂ ਜਨਰੇਟਰ ਕੋਈ ਹੋਰ, ਉਹ ਜਾਂ ਤਾਂ A ਹੋਊਗਾ ਜਾਂ A ਇਨਵਰਸ ਹੋਊਗਾ। ਮਤਲਬ ਜੇ ਕੋਈ ਹੋਰ ਜਨਰੇਟਰ ਵੀ ਆਪਾਂ ਸਪੋਜ਼ ਕਰਾਂਗੇ ਉਹ ਵੀ ਇਹਨਾਂ ਵਿੱਚੋਂ ਹੀ ਇੱਕ ਹੋਊਗਾ ਨਾ। ਮਤਲਬ ਕੀ ਬਣ ਗਿਆ? therefore infinite cyclic group has precisely ਜਾਂ only 2 generators। ਤਾਂ ਸਾਈਕਲਿਕ ਇਨਫਾਈਨਾਈਟ ਸਾਈਕਲਿਕ ਗਰੁੱਪ ਦੇ ਸਿਰਫ 2 ਹੀ ਜਨਰੇਟਰ ਹੋਣਗੇ। ਸੋ ਇਹ ਥਿਓਰਮ ਸੀ ਜੀ। ਇੱਕ ਹੋਰ ਥਿਓਰਮ ਕਰਨੀ ਆ ਆਪਾਂ ਨੇ ਜੀ, ਇਹ ਕਾਫੀ ਇੰਪੋਰਟੈਂਟ ਥਿਓਰਮ ਹੈ ਜੀ। ਸਾਈਕਲਿਕ ਗਰੁੱਪ ਦੀ
ਜਿਹੜਾ ਚੈਪਟਰ ਟੌਪਿਕ ਕਰ ਰਹੇ ਹਾਂ ਆਪਾਂ ਸਾਈਕਲਿਕ ਗਰੁੱਪ ਦੀ ਸਭ ਤੋਂ ਇੰਪੋਰਟੈਂਟ ਥਿਊਰਮ ਹੈ ਜਿਹੜੀ ਆਪਾਂ ਹੁਣ ਕਰਨੀ ਹੈ, ਉਹ ਧਿਆਨ ਨਾਲ ਦੇਖ ਲਿਓ ਜੀ। मैं स्टेटमेंट पढ़ रहा है। इफ G be cyclic group of order n, then for any divisor m of n, there exists unique subgroup of G of order m। ਇਹ ਧਿਆਨ ਦਿਓ ਕੀ ਹੈ ਜੀ, G ਦਾ ਆਰਡਰ ਜਿਹੜਾ ਹੈਗਾ G ਸਾਈਕਲਿਕ ਗਰੁੱਪ ਆ, ਦਿੱਤਾ ਕੀ ਹੋਇਆ ਆਪਾਂ ਨੂੰ, G is cyclic group of order n, ਦਿੱਤਾ ਹੋਇਆ ਆਪਾਂ ਨੂੰ G ਸਾਈਕਲਿਕ ਗਰੁੱਪ ਆਫ ਆਰਡਰ n, ਐਂਡ ਹੋਰ ਦਿੱਤਾ ਹੋਇਆ ਹੈਗਾ ਕਿ m ਡਿਵਾਈਡ ਕਰਦਾ n ਨੂੰ। ਤੇ ਆਪਾਂ ਨੇ ਕਰਨਾ we are to prove that there exists a unique subgroup H of G such that order of H equals to m। ਇਹ ਸ਼ੋ ਕਰਨਾ ਆਪਾਂ, ਇਹ ਦੋ ਪਾਰਟ ਹੋਣਗੇ ਜੀ। ਪਹਿਲਾਂ ਸਬ ਗਰੁੱਪ ਆਫ H ਸਬ ਗਰੁੱਪ H ਆਫ G ਬਣਾਵਾਂਗੇ, G ਦਾ ਆਰਡਰ m, ਪਹਿਲਾਂ ਸਬ ਗਰੁੱਪ ਬਣਾਵਾਂਗੇ, ਫਿਰ ਸ਼ੋ ਕਰਾਂਗੇ ਜੀ ਸਬ ਗਰੁੱਪ ਜੋ ਹੈ ਉਹ ਯੂਨੀਕ ਆ, ਫਿਰ ਯੂਨੀਕ ਸਬ ਗਰੁੱਪ ਸ਼ੋ ਕਰਾਂਗੇ ਆਪਾਂ। ਚਲੋ ਇਹ ਸਾਰਾ ਫੇਅਰ ਦੇ ਵਿੱਚ ਲਿਖਣਾ ਆਪਾਂ ਕੰਮ। ਨਾਉ ਦਿੱਤਾ ਕੀ ਹੋਇਆ ਆਪਾਂ ਨੂੰ ਕਿ m ਡਿਵਾਈਡ n ਕਰਦਾ, therefore there exist k belongs to z, ਕੋਈ ਵੀ k ਲੈ ਲਿਆ ਆਪਾਂ ਜੋ z ਨੂੰ ਬਿਲੋਂਗ ਕਰਦਾ, such that n equal to mk। ਇਹ ਧਿਆਨ ਚ ਹੋਊਗਾ ਜੀ, ਇਹ n ਇਹ m ਤੇ ਡਿਵਾਈਡ ਕੀਤਾ, ਇਹ ਕੀ ਆ, ਰਿਮਾਈਂਡਰ 0 ਹੋਊਗਾ ਜੀ, ਇਦਾਂ ਲਿਖ ਸਕਦੇ ਹਾਂ ਆਪਾਂ। ਬਾਕੀ ਆਪ ਦਿਮਾਗ ਲਾ ਸਕਦੇ ਹਾਂ ਜੀ। ਆਰਡਰ ਦੀ ਗੱਲ ਕਰ ਰਹੇ, ਇਹ ਵੀ ਆਰਡਰ ਆ, ਇਹ ਵੀ ਆਰਡਰ ਆ ਨਾ, ਦੋਨੇ ਪਾਸੇ ਆਰਡਰ ਦੀ ਗੱਲ ਹੋ ਰਹੀ ਆ। ਆਰਡਰ ਕੀ ਹੁੰਦਾ, ਨੰਬਰ ਆਫ ਐਲੀਮੈਂਟਸ ਗਰੁੱਪ ਵਾਸਤੇ, ਨੰਬਰ ਆਫ ਐਲੀਮੈਂਟ ਨੈਗੇਟਿਵ ਨਹੀਂ ਹੁੰਦੇ, m ਪੋਜ਼ਿਟਿਵ ਆ n ਪੋਜ਼ਿਟਿਵ ਆ, m ਤੇ n ਦੋਨੇ ਪੋਜ਼ਿਟਿਵ ਨੇ, n ਪੋਜ਼ਿਟਿਵ ਆ m ਪੋਜ਼ਿਟਿਵ, ਤਾਂ k ਪੱਕਾ ਪੋਜ਼ਿਟਿਵ ਚਾਹੀਦਾ ਆਪਾਂ ਨੂੰ, ਕਿਉਂਕਿ ਪੋਜ਼ਿਟਿਵ ਇਨਟੂ ਪੋਜ਼ਿਟਿਵ ਪੋਜ਼ਿਟਿਵ ਆਊਗਾ। ਇਸ ਕੇਸ 'ਚ k ਨੈਗੇਟਿਵ ਨਹੀਂ ਹੋ ਸਕਦਾ, ਤਾਂ ਔਰ ਇਕੱਲਾ k ਬਿਲੋਂਗਸ ਟੂ ਇੰਟੀਜਰ ਪਾਓ ਤਾਂ ਵੀ ਠੀਕ ਆ, ਜੇ ਪੋਜ਼ਿਟਿਵ ਇੰਟੀਜਰ ਪਾ ਲਓਗੇ ਤਾਂ ਵੀ ਠੀਕ ਆ, ਗਲਤ ਨਹੀਂ ਹੈਗਾ ਜੀ, ਜਿਸ ਤਰ੍ਹਾਂ ਮਰਜ਼ੀ ਪਾ ਸਕਦੇ। ਇਹ ਗੱਲਾਂ ਧਿਆਨ ਰੱਖਣੀਆਂ ਨੇ, ਇਹ ਪਾ ਲਓ ਤਾਂ ਵੀ ਠੀਕ ਆ, ਨਹੀਂ ਪਾਓਗੇ ਤਾਂ ਵੀ ਫਰਕ ਨਹੀਂ ਪੈਣਾ ਕੋਈ। ਚਲੋ ਨਾਓ ਅੱਗੇ ਲਿਖਦੇ ਆਪਾਂ, ਇਹਦੇ ਪਹਿਲਾ ਪਾਰਟ ਕੀ ਸ਼ੋ ਕਰਨਾ ਆਪਾਂ ਨੇ, ਉਹ ਉੱਪਰ ਲਿਖਦੇ ਹਾਂ। ਪਹਿਲਾ ਪਾਰਟ ਸ਼ੋ ਕਰਨਾ ਕਿ ਸਬ ਗਰੁੱਪ ਜਿਹਦਾ ਆਰਡਰ m ਹੈ ਇਹ ਪੱਕਾ ਐਗਜ਼ਿਸਟ ਕਰੂਗਾ। ਪਹਿਲਾਂ ਇਹ ਗੱਲ ਸ਼ੋ ਕਰਨੀ ਹੈ ਆਪਾਂ ਨੇ, ਸਬ ਗਰੁੱਪ ਜਿਹਦਾ ਆਰਡਰ m ਹੈ ਇਹ ਪੱਕਾ ਐਗਜ਼ਿਸਟ ਕਰੂਗਾ। ਚਲੋ ਇਹਦਾ ਇੱਥੋਂ ਬਣਾ ਲਿਆ ਆਪਾਂ ਨੇ, ਨੰਬਰਿੰਗ 1 ਪਾ ਲਈ। ਆਲਸੋ ਜਾਂ ਲੈਟ ਕਰ ਲਓ कि let G साइक्लिक ग्रुप है जनरेटेड बाय A, G जो है वो साइक्लिक ग्रुप है जनरेटेड बाय A, ये ਆਪਾਂ सपोज कर रहे where A जो है वो G ਵਿੱਚ ਹੁੰਦਾ। ਦਿੱਤਾ ਕੀ ਹੋਇਆ ਆਪਾਂ ਨੂੰ, ਗਰੁੱਪ ਦਾ ਆਰਡਰ ਜੋ ਹੈ ਉਹ n ਆ, ਇਹ ਪੱਕਾ A ਦੇ ਆਰਡਰ ਦੇ ਬਰਾਬਰ ਹੋਊਗਾ। ਤੇ ਸਾਰਾ ਆਪਾਂ ਨੂੰ ਪਤਾ ਕਿ ਗਰੁੱਪ ਦਾ ਆਰਡਰ
ਤੇ ਜਨਰੇਟਰ ਦਾ ਆਰਡਰ ਜੋ ਹੈ ਉਹ ਬਰਾਬਰ ਹੁੰਦੇ ਨੇ। ਗਰੁੱਪ ਦਾ ਆਰਡਰ n ਹੈਗਾ ਤਾਂ ਜਨਰੇਟਰ ਦਾ ਆਰਡਰ ਵੀ ਕਿੰਨਾ ਹੋਊਗਾ ਪੱਕਾ ਇਸ ਕੇਸ 'ਚ n ਹੀ ਹੋਊਗਾ। ਸੋ ਹੁਣ ਧਿਆਨ ਦਿਓ, ਇਹ ਆਪਾਂ ਨੇ ਕੀਤਾ ਹੋਇਆ ਹੈਗਾ, ਜੇ ਧਿਆਨ ਦੇ ਵਿੱਚ ਹੋਵੇ ਗਰੁੱਪ ਦੇ ਵਿੱਚ ਥਿਊਰਮ ਸੀਗੀ ਆਰਡਰ ਆਫ a ਦੀ ਪਾਵਰ k ਕਿੰਨਾ ਹੋਊਗਾ। ਇਹ ਥਿਊਰਮ ਸੀ ਗਰੁੱਪ ਦੇ ਵਿੱਚ। ਉਹ ਥਿਊਰਮ ਕੀ ਸੀ, ਜੇ ਆਰਡਰ ਆਫ a ਉੱਥੇ ਆਪਾਂ m ਲਿਆ ਸੀ, ਸੋ m ਹੈ ਜਿਹੜਾ ਮਰਜ਼ੀ ਮੰਨ ਲਓ, ਆਰਡਰ ਆਫ a m, ਦੈਨ ਆਰਡਰ ਆਫ a ਦੀ ਪਾਵਰ k ਜੋ ਹੈ ਉਹ m ਅਪਨ mk ਦਾ GCD ਹੋਊਗਾ। ਇਹ ਆਪਾਂ ਨੇ ਪ੍ਰੂਵ ਕੀਤਾ ਹੋਇਆ ਜੀ ਪਹਿਲਾਂ, ਗਰੁੱਪ ਦੇ ਵਿੱਚ ਥਿਊਰਮ ਸੀਗੀ ਜੀ। ਤਾਂ ਆਰਡਰ ਆਫ a ਦੀ ਪਾਵਰ k ਕੀ ਹੋਊਗਾ, ਹੁਣ ਇੱਥੇ ਆਰਡਰ ਆਫ, ਉੱਥੇ ਆਰਡਰ ਆਫ a m ਲਿਆ ਸੀਗਾ, ਇੱਥੇ ਆਰਡਰ ਆਫ a n ਹੈ, ਤਾਂ ਕੀ ਹੋਊਗਾ, ਇਹ n ਅਪਨ nk ਦਾ GCD ਹੋਊਗਾ। ਇਹ ਫਾਰਮੂਲਾ ਅਪਲਾਈ ਕੀਤਾ ਆਪਾਂ ਨੇ। ਇਹ ਜੋ ਨੰਬਰਿੰਗ 2 ਪਾ ਲੈਣੇ ਆਪਾਂ, ਇਹਨੂੰ ਸੋਲਵ ਕਰਾਂਗੇ। ਨਾਓ nk ਦਾ GCD ਕੀ ਹੋਊਗਾ, ਇਜ਼ ਇਕੁਅਲਸ ਟੂ, ਇਹ ਚ ਵੈਲਿਊ ਭਰ ਲਓ, mk ਯੂਜ਼ਿੰਗ 1, तो GCD ਵਿੱਚੋਂ ਕਾਮਨ ਕੱਢ ਸਕਦੇ ਆ ਜੀ, ਕੋਈ ਪ੍ਰੋਬਲਮ ਨਹੀਂ ਹੈਗੀ। ਕਾਮਨ ਕੱਢ ਲਓ ਕਿ ਅੰਦਰ ਆ ਜਾਊਗਾ m1 ਦਾ GCD। ਹੁਣ ਇਹ ਆਪਾਂ ਦਿਮਾਗ ਲਗਾਉਣਾ ਕਿ m ਨਹੀਂ ਪਤਾ ਨੰਬਰ ਕਿਹੜਾ ਹੈਗਾ, ਕਿਸੇ ਨੰਬਰ ਦਾ ਜੇ 1 ਆਪਾਂ GCD ਕੱਢਾਂਗੇ ਕੀ ਆਊਗਾ। ਦੇਖੋ ਧਿਆਨ ਨਾਲ, GCD ਜੇ ਧਿਆਨ ਦੇ ਵਿੱਚ ਹੋਵੇ, GCD ਕੀ ਹੁੰਦਾ, ਗ੍ਰੇਟੈਸਟ ਕਾਮਨ ਡਿਵਾਈਜ਼ਰ। ਇਹ ਸਮਝਾਇਆ ਸੀਗਾ ਪਿਛਲੇ ਲੈਕਚਰਾਂ ਦੇ ਵਿੱਚ। ਪਹਿਲਾਂ ਕਾਮਨ ਡਿਵਾਈਜ਼ਰ ਕੱਢਾਂਗੇ, ਫਿਰ ਗ੍ਰੇਟੈਸਟ ਦੇਖਾਂਗੇ, ਉਹ ਗ੍ਰੇਟੈਸਟ ਕਾਮਨ ਡਿਵਾਈਜ਼ਰ ਹੁੰਦਾ। ਚਲੋ ਡਿਵਾਈਜ਼ਰ ਆਫ 1 ਕਿਹੜੇ ਹੋਣਗੇ ਤੇ m ਕਿਹੜੇ ਹੋਣਗੇ, ਤੇ m ਦੇ ਡਿਵਾਈਜ਼ਰ ਕਿਹੜੇ ਹੋਣਗੇ ਉਹ ਦੇਖਦੇ ਆਪਾਂ। 1 ਦੇ ਡਿਵਾਈਜ਼ਰ ਹੋਣਗੇ ਪੋਜ਼ਿਟਿਵ, ਬਸ ਇੱਕੋ ਹੋਊਗਾ। m ਦੇ ਡਿਵਾਈਜ਼ਰ ਕੀ ਹੋਣਗੇ, 1 ਹੋਊਗਾ। ਹੋਰ ਬਹੁਤ ਸਾਰੇ ਹੋਣਗੇ, ਪਤਾ ਨਹੀਂ ਹੈ ਕਿਉਂਕਿ m ਦੀ ਵੈਲਿਊ ਨਹੀਂ ਪਤਾ ਹੈਗੀ। ਇੱਕ m ਪੱਕਾ ਹੋਊਗਾ, ਇਹ ਬਹੁਤ ਸਾਰੇ ਹੋਣਗੇ। ਜਿਵੇਂ ਆਪਾਂ 10 ਮੰਨ ਲਈਏ, 10 ਦੇ ਡਿਵਾਈਜ਼ਰ ਕੀ ਹੋਣਗੇ, 1 2 5 10। ਇੱਕ 1 ਪੱਕਾ ਹੋਊਗਾ, 10 ਪੱਕਾ ਹੋਊਗਾ, ਹੋਰ ਕਿਹੜੇ ਹੋਣਗੇ ਇਹ ਨੰਬਰ ਉੱਪਰ ਡਿਪੈਂਡ ਕਰਦਾ। ਚਲੋ ਇਹ ਲੱਗ ਗਿਆ ਪਤਾ, 1 ਦਾ ਸਿਰਫ ਇੱਕੋ ਡਿਵਾਈਜ਼ਰ ਹੋਊਗਾ, ਪੋਜ਼ਿਟਿਵ ਡਿਵਾਈਜ਼ਰ ਇੱਕੋ ਹੋਊਗਾ। ਇਹਨਾਂ ਚ ਕਾਮਨ ਕਿਹੜਾ, ਇੱਕੋ ਹੀ ਕਾਮਨ, ਕੱਲਾ 1 ਹੀ ਕਾਮਨ ਆਊਗਾ। m ਜੋ ਮਰਜ਼ੀ ਹੋਵੇ, ਆਪਾਂ ਤਾਂ ਕਾਮਨ ਦੇਖਣਾ, ਕਾਮਨ ਕੱਲਾ 1 ਹੀ ਆਊਗਾ। ਜੇ ਇੱਕੋ ਕਾਮਨ ਆ ਰਿਹਾ ਤਾਂ ਉਹਨਾਂ ਦੇ ਗ੍ਰੇਟੈਸਟ ਕੀ ਹੋਊ, ਗ੍ਰੇਟੈਸਟ ਵੀ 1 ਹੀ ਹੋਊਗਾ। ਫਿਰ ਇਹ 1, ਇਹਦਾ GCD 1 ਹੁੰਦਾ। ਜਿਹਨੇ ਪਹਿਲਾਂ ਕਨਸੈਪਟ ਪੜਿਆ ਹੋਵੇ ਉਹ ਦੱਸਿਆ ਸੀਗਾ ਜੀ ਕਿ m ਤੇ n ਦਾ 1 ਦਾ ਮੀਨਿੰਗ ਕੀ ਹੈਗਾ, ਕਿ ਇਹ ਹੋਰ ਕੈਂਸਲ ਨਹੀਂ ਹੋ ਰਹੇ ਹੈਗੇ। ਮਤਲਬ m ਅਪਨ n ਇਹ ਲਾਸਟ ਆਂਸਰ ਆ, ਅੱਗੇ ਦੁਬਾਰਾ ਕਟਿੰਗ ਨਹੀਂ ਹੋਣੀ। ਉਹ ਵੀ ਦੇਖ ਲਓ ਕਿ m ਤੇ 1 ਦਾ GCD ਕਿੰਨਾ ਆਊਗਾ, ਇਹ m ਅਪਨ 1 ਨਾ ਮੰਨ ਲਓ, ਇਹਦੀ ਹੋਰ ਕਟਿੰਗ ਹੋਣੀ ਨਹੀਂ ਹੈਗੀ। ਜੇ ਮੈਂ ਕਹਾ ਕਿ 2/1 ਦਾ 2 ਹੀ ਹੋਊਗਾ, ਲਾਸਟ ਆਂਸਰ ਹੈ। ਜੇ ਕਟਿੰਗ ਨਹੀਂ ਹੋਣੀ ਤਾਂ GCD ਕਿੰਨਾ ਹੋਊਗਾ, ਪੱਕਾ ਇਸ ਕੇਸ 'ਚ 1 ਹੋਊਗਾ। ਵੈਸੇ ਪ੍ਰੋਪਰ ਆਹ ਤਰੀਕਾ ਜ਼ਿਆਦਾ ਵਧੀਆ, ਇਹ ਪ੍ਰੋਪਰ ਆ ਕਿ GCD 1 ਕਿਉਂ ਆ ਰਿਹਾ। ਤਾਂ ਇਹ GCD 1 ਹੋ ਗਿਆ ਤਾਂ ਕਿੰਨਾ ਬਣ ਗਿਆ, ਇਹ k ਬਣ ਗਿਆ। ਤਾਂ therefore ਆਰਡਰ ਆਫ a ਦੀ ਪਾਵਰ k, ਇਹ ਕਿੰਨਾ ਹੋ ਗਿਆ ਚ ਭਰਤਾ, therefore 2 becomes ਕਰ ਲਓ, therefore 2 becomes ਇਹ n ਅਪਨ, ਇਹਦਾ GCD ਕੱਢਿਆ ਆਪਾਂ ਹੁਣੀ, ਕਿੰਨਾ ਆਇਆ k, n ਦੀ ਵੈਲਿਊ ਭਰ ਲਓ, n ਕਿੰਨਾ ਸੀਗਾ mk ਬਟਾ k, ਤਾਂ ਕਿੰਨਾ ਆ ਗਿਆ m ਆ ਗਿਆ। ਤੇ ਸ਼ੋ ਕੀਤਾ ਆਪਾਂ ਆਰਡਰ ਆਫ a ਦੀ ਪਾਵਰ k ਕਿੰਨਾ ਆ ਜੂਗਾ ਇਸ ਕੇਸ 'ਚ, m ਆ। ਹੁਣ ਇਹ ਪਿੱਛੇ ਥਿਊਰਮਾਂ ਵਿੱਚ ਬਹੁਤ ਵਾਰੀ ਕਰ ਚੁੱਕੇ ਹਾਂ, 3 ਥਿਊਰਮਾਂ ਪਹਿਲਾਂ ਆ ਚੁੱਕੀਆਂ ਨੇ, 3 ਥਿਊਰਮਾਂ ਪਹਿਲਾਂ ਆ ਚੁੱਕੀਆਂ ਨੇ। ਉਹ ਕੀ ਆ ਕਿ ਜੇ ਆਰਡਰ ਆਫ an ਤਾਂ ਇੱਥੋਂ ਇੱਕ ਸਬ ਗਰੁੱਪ ਬਣਾ ਸਕਦੇ ਹਾਂ। ਉਹ ਸਬ ਗਰੁੱਪ ਕੀ ਬਣਾਇਆ ਸੀ ਆਪਾਂ, a
a ਦੀ ਪਾਵਰ 1 a ਦੀ ਪਾਵਰ 2 ਅਪ ਟੂ ਸੋਨ a ਦੀ ਪਾਵਰ n। ਇਹ ਸਬ ਗਰੁੱਪ ਪੱਕਾ ਬਣ ਸਕਦਾ ਇੱਥੋਂ। ਜਨਰੇਟਡ ਬਾय ਕੀ ਹੈ a, ਇਹ ਜਨਰੇਟਡ ਬਾय a ਹੈਗਾ ਤੇ ਆਰਡਰ ਆਫ h ਕੀ ਹੋਊਗਾ, ਇਹ ਵੀ n ਹੀ ਹੋਊਗਾ। ਇਹ ਥਿਊਰਮ ਬਹੁਤ ਵਾਰੀ ਕਰ ਚੁੱਕੇ ਹਾਂ ਆਪਾਂ। ਜੇ ਇੱਕ ਐਲੀਮੈਂਟ ਦਾ ਆਰਡਰ ਪਤਾ ਹੋਵੇ ਤਾਂ ਉਹਦੀਆਂ ਪਾਵਰਸ ਲੈ ਕੇ ਆਪਾਂ ਇੱਕ ਸਬ ਗਰੁੱਪ ਬਣਾ ਸਕਦੇ ਹਾਂ ਤੇ ਸਬ ਗਰੁੱਪ ਵਿੱਚ ਕਿੰਨੇ ਐਲੀਮੈਂਟ ਹੋਣਗੇ, ਸਬ ਗਰੁੱਪ ਦਾ ਆਰਡਰ ਕਿੰਨਾ ਹੋਊਗਾ, ਇਹ ਐਲੀਮੈਂਟ ਦੇ ਆਰਡਰ ਨਾਲ ਮੈਚ ਕਰੇਗਾ ਅਤੇ ਇਹ ਸਬ ਗਰੁੱਪ ਕੀ ਹੋਊਗਾ, ਪੱਕਾ ਸਾਈਕਲਿਕ ਹੋਊਗਾ। ਪਿੱਛੇ ਥਿਊਰਮਾਂ ਚ ਆ ਚੁੱਕੇ ਆ ਜੀ, ਜਿਹੜੇ ਪੜ੍ਹ ਰਹੇ ਹੋਣਗੇ ਪਤਾ ਹੋਊਗਾ ਜੀ। ਜੇ ਨਹੀਂ ਪਤਾ ਤਾਂ ਪਿਛਲੇ ਲੈਕਚਰ ਧਿਆਨ ਨਾਲ ਸੁਣ ਲਿਓ ਜੀ। ਇੱਕ ਐਲੀਮੈਂਟ ਦਾ ਆਰਡਰ ਪਤਾ ਆਪਾਂ ਨੂੰ m, ਇਹਦਾ ਆਰਡਰ ਆਪਾਂ m ਸ਼ੋ ਕਰਤਾ ਜੀ, ਇਹ ਸ਼ੋ ਕੀਤਾ। therefore h ਇਹ ਕੀ ਹੈ, ਸਬ ਗਰੁੱਪ ਜਨਰੇਟਡ ਬਾय a ਦੀ ਪਾਵਰ k। ਜਿਹੜੇ ਐਲੀਮੈਂਟ ਦਾ ਆਰਡਰ ਪਤਾ ਹੋਵੇ ਉੱਥੋਂ ਇੱਕ ਸਬ ਗਰੁੱਪ ਬਣਾ ਸਕਦੇ ਆ ਜਿਹੜਾ a ਤੋਂ ਜਨਰੇਟਡ ਹੋ ਰਿਹਾ। ਉਹਦੇ a ਦੀ ਥਾਂ ਤੇ ਕੀ ਹੈ, a ਦੀ ਪਾਵਰ k ਹੈ। ਇਹ ਐਲੀਮੈਂਟ ਦਾ ਆਰਡਰ ਪਤਾ ਤਾਂ ਇਹ ਐਲੀਮੈਂਟ ਯੂਜ਼ ਕਰਕੇ ਇੱਕ ਸਬ ਗਰੁੱਪ ਬਣਾ ਸਕਦੇ ਆ। is cyclic ਜਾਂ acyclic subgroup of G such that also जो order of H होगा ये order of A ਦੀ ਪਾਵਰ K ਹੋਊਗਾ, ਇਹ M ਆ ਜਾਏਗਾ। ਇਹ ਨਾਲ ਮੈਂਸ਼ਨ ਲੋਡ ਨਹੀਂ ਕਰਨੀ, ਪ੍ਰੂਵ ਨਹੀਂ ਕਰਦਾ, ਸਿੱਧਾ ਕਹਿਣਾ ਆਪਾਂ ਨੇ। ਇਹ ਪਹਿਲਾਂ ਕਰ ਚੁੱਕੇ ਹਾਂ, ਇਹਦੇ ਚ ਪ੍ਰੂਫ ਤਾਂ ਨਹੀਂ ਕਰੇ ਫਿਰ ਥਿਊਰਮ ਬਹੁਤ ਲੰਬੀ ਹੋ ਜਾਏਗੀ। ਸਿੱਧਾ ਆਪਾਂ ਲਿਖ ਸਕਦੇ ਹਾਂ, ਜੇ ਕਿਸੇ ਐਲੀਮੈਂਟ ਦਾ ਆਪਾਂ ਨੂੰ ਆਰਡਰ ਪਤਾ ਹੋਵੇ ਉਹ ਐਲੀਮੈਂਟ ਦਾ ਆਰਡਰ ਤੋਂ ਆਪਾਂ ਇੱਕ ਸਬ ਗਰੁੱਪ ਬਣਾ ਸਕਦੇ ਹੈਗੇ ਆ ਜਿਹੜਾ ਇਸ ਐਲੀਮੈਂਟ ਤੋਂ ਜਨਰੇਟ ਹੋਊਗਾ। ਜਨਰੇਟ ਮਤਲਬ ਕਿ ਇਸ ਐਲੀਮੈਂਟ ਦੀਆਂ ਪਾਵਰਾਂ ਹੋਣਗੀਆਂ ਸਾਰੀਆਂ ਅਤੇ ਜੋ ਉਸ ਦਾ ਆਰਡਰ ਹੈ ਉਹ ਐਲੀਮੈਂਟ ਦੇ ਆਰਡਰ ਨਾਲ ਮੈਚ ਕਰੇਗਾ। ਇਹ ਪਹਿਲਾਂ ਕਰ ਚੁੱਕੇ ਹਾਂ ਆਪਾਂ। ਇਹਦੇ ਵਿੱਚ ਵੀ n ਐਲੀਮੈਂਟ ਹੋਣਗੇ ਤੇ ਹੁਣ a ਐਲੀਮੈਂਟ ਦਾ ਆਰਡਰ ਪਤਾ ਆਪਾਂ ਨੂੰ m, ਤਾਂ ਉਹੀ ਵਾਲਾ ਕੰਸੈਪਟ ਲਾ ਕੇ ਇਸ ਐਲੀਮੈਂਟ ਦੀਆਂ ਪਾਵਰਸ ਲੈ ਕੇ ਆਪਾਂ h ਬਣਾ ਸਕਦੇ। ਮਤਲਬ ਇਹ ਐਲੀਮੈਂਟ ਜੋ ਹੈ ਉਹ h ਨੂੰ ਜਨਰੇਟ ਕਰੇਗਾ ਤੇ ਇਹ h ਦਾ ਆਰਡਰ ਕਿੰਨਾ ਹੋਊਗਾ, ਜੋ ਐਲੀਮੈਂਟ ਦਾ ਆਰਡਰ ਹੋਊਗਾ। ਇਹ ਐਲੀਮੈਂਟ ਦਾ ਆਰਡਰ ਕੀ ਹੈ, ਪੱਕਾ m। ਤਾਂ ਸਟੇਟਮੈਂਟ ਧਿਆਨ ਦਿਓ, ਸਟੇਟਮੈਂਟ ਸ਼ੋ ਕਰਨਾ ਸੀ ਆਪਾਂ ਨੇ m ਆਰਡਰ ਦਾ ਇੱਕ ਸਬ ਗਰੁੱਪ ਪੱਕਾ ਐਗਜ਼ਿਸਟ ਕਰੂਗਾ। ਇਹ ਆਪਾਂ ਸ਼ੋ ਕਰਤਾ। ਇਹ h ਆਰਡਰ ਦਾ h ਸਬ ਗਰੁੱਪ ਦਾ ਆਰਡਰ m, ਤਾਂ m ਆਰਡਰ ਦਾ ਸਬ ਗਰੁੱਪ h ਇਹ ਪੱਕਾ ਆਪਾਂ ਨੇ ਐਗਜ਼ਿਸਟ ਕਰਾਤਾ ਇਸ ਕੇਸ। ਇਹ ਪਹਿਲਾ ਪਾਰਟ ਹੋ ਗਿਆ। therefore there exists a subgroup h of G whose order is equal to m। ਇਹ ਪਹਿਲਾ ਪਾਰਟ ਹੋ ਗਿਆ ਆਪਣੇ ਕੋਲ ਕਿ h ਸਬ ਗਰੁੱਪ ਆਫ G ਹੈਗਾ ਜਿਹਦਾ ਆਰਡਰ ਕੀ ਹੋਊਗਾ, ਪੱਕਾ m ਹੋਊਗਾ। ਹੁਣ ਇਹਦੇ ਵਿੱਚ ਨਾਲ ਪਾਰਟ ਆ ਜੀ, ਇਹ ਸਬ ਗਰੁੱਪ ਨੂੰ ਆਪਾਂ ਯੂਨੀਕ ਸ਼ੋ ਕਰਨਾ। ਇਹ ਸਬ ਗਰੁੱਪ ਨੂੰ ਆਪਾਂ ਨੇ ਯੂਨੀਕ ਸ਼ੋ ਕਰਨਾ ਜੀ। ਹੁਣ ਆਪਾਂ ਯੂਨੀਕਨੈਸ ਸ਼ੋ ਕਰਨੀ ਹੈ ਜੀ। ਯੂਨੀਕਨੈਸ ਹੁੰਦੀ ਹੈਗੀ ਹੈ ਕਿ ਕੋਈ ਦੋ ਡਿਫਰੈਂਟ ਮੰਨ ਕੇ ਉਹਨੂੰ ਇਕੁਅਲ ਸ਼ੋ ਕਰ ਦਾਂਗੇ। ਮਤਲਬ ਇਫ ਪੋਸੀਬਲ h dash be any another subgroup of G such that order of h dash equal to m। ਹੁਣ ਇਹ ਸ਼ੋ ਕਰਨਾ ਆਪਾਂ ਨੇ ਕਿ m ਆਰਡਰ ਦਾ ਸਬ ਗਰੁੱਪ ਇੱਕੋ ਹੋਊਗਾ। ਆਪਾਂ ਨੇ ਇੱਕ ਹੋਰ ਮੰਨ ਲਿਆ h dash ਜਿਹਦਾ ਆਰਡਰ m ਹੈ
ਤੇ ਆਪਾਂ ਸ਼ੋ ਕਰਾਂਗੇ ਕਿ ਇਹ ਕੋਈ ਅਲੱਗ ਨਹੀਂ ਹੈ, ਸੇਮ ਆ, h ਇਕੁਅਲ h ਡੈਸ਼ ਸ਼ੋ ਕਰਾਂਗੇ। ਹੁਣ ਇਹ ਕੰਮ ਸ਼ੋ ਕਰਨਾ ਆਪਾਂ ਨੇ, ਲੈਟ ਕਰ ਲਿਆ ਤੇ ਇਹਦਾ ਪ੍ਰੂਫ ਹੀ ਕੀਤਾ ਪਿੱਛੇ ਹੁਣੀ, ਤੇ ਪਹਿਲਾਂ ਹੀ ਪ੍ਰੂਵ ਕੀਤਾ ਹੋਇਆ ਕਿ ਕੋਈ ਜੇ ਗਰੁੱਪ ਸਾਈਕਲਿਕ ਆ ਉਹਦਾ ਸਬ ਗਰੁੱਪ ਪੱਕਾ ਸਾਈਕਲਿਕ ਹੋਊਗਾ। ਇਹ ਹੁਣੀ ਕੀਤਾ ਆਪਾਂ ਨੇ, ਲੈਟ ਕਰ ਲਿਆ ਕਿ ਜੋ h ਡੈਸ਼ ਹੈ ਇਹ ਜਨਰੇਟਡ ਬਾਏ a ਦੀ ਪਾਵਰ l ਹੈ ਜੀ। ਆਲਸੋ ਜੋ h ਮੰਨਿਆ ਹੈਗਾ ਉਹ ਜਨਰੇਟਡ ਬਾਏ a ਦੀ ਪਾਵਰ k, ਮਤਲਬ ਇਹ a ਦੀ ਪਾਵਰ k ਜਨਰੇਟ ਕਰ ਰਹੀ ਆ ਤੇ h ਡੈਸ਼ ਆਪਾਂ ਸਪੋਜ਼ ਕਰ ਲਈਏ a ਦੀ ਪਾਵਰ l ਤੋਂ ਜਨਰੇਟ ਹੋ ਰਿਹਾ। ਹੁਣ ਆਪਾਂ ਨੇ h ਇਕੁਅਲ h ਡੈਸ਼ ਕਰਨਾ, ਇਹ ਚ ਕਨਸੈਪਟ ਕੀ ਆਊਗਾ, ਉਵੇਂ ਆਊਗਾ ਜੀ। ਪਹਿਲਾਂ h ਸਬਸੈਟ ਆਫ h ਡੈਸ਼ ਕਰਾਂਗੇ ਤੇ ਆਰਡਰ ਆਫ h ਡੈਸ਼ ਸਬਸੈਟ ਆਫ h ਸ਼ੋ ਕਰਾਂਗੇ। ਆਰਡਰ ਆਫ h ਤੇ ਆਰਡਰ ਆਫ h ਡੈਸ਼ ਬਰਾਬਰ ਹੋਵੇ, ਇਹ ਸਬਸੈਟ ਹੋਵੇ ਤੇ ਬਰਾਬਰ ਹੋਵੇ ਤਾਂ ਇੱਥੋਂ h ਇਕੁਅਲ ਟੂ h ਡੈਸ਼ ਕਰਾਂਗੇ। ਧਿਆਨ ਦਿਓ, ਆਰਡਰ ਆਫ h ਡੈਸ਼ ਵੀ m ਆ, ਆਰਡਰ ਆਫ h ਵੀ m ਆ, ਇਹ ਤਾਂ ਬਰਾਬਰ ਨੇ ਦੋਨੇ, ਇਹ ਤਾਂ ਕੰਡੀਸ਼ਨ ਹੈਗੀ ਹੈ। ਸਬਸੈਟ ਸ਼ੋ ਕਰਨਾ ਆਪਾਂ ਨੇ, ਉਹ ਸਬਸੈਟ ਕਿਵੇਂ ਸ਼ੋ ਹੋਊਗਾ, ਉਹ ਆਪਾਂ ਇਹਦੇ ਵਿੱਚੋਂ ਇੱਕ ਐਲੀਮੈਂਟ ਲਵਾਂਗੇ, ਉਹ ਇਹਦੇ ਚ ਪ੍ਰੂਵ ਕਰਾਂਗੇ। ਜੋ ਧਿਆਨ ਦਿਓ ਬਾਕੀ ਕਿਵੇਂ ਆਪਾਂ ਕੀਤਾ ਡਿਵਾਈਡ, ਇਹ ਕਿਵੇਂ ਕਰਨਾ, ਡਿਵਾਈਡ l ਬਾਈ k, l ਨੂੰ ਆਪਾਂ k ਤੇ ਡਿਵਾਈਡ ਕਰਤੇ, ਇਹ ਡਿਵਾਈਡ ਕੀਤਾ, ਇਹ l ਆ ਇਹ k ਆ। ਉੱਪਰ ਇੰਟੀਜਰ ਕੀ ਆਊਗਾ, ਮੰਨ ਲਓ ਵੈਸੇ ਲੈ ਲਿਆ, ਉੱਪਰ q ਲੈ ਲਿਆ, ਕੋਸ਼ੈਂਟ ਨੀਚੇ r ਲੈ ਲਿਆ। therefore there exist q ਤੇ r ਇਹ ਪੱਕਾ ਇੰਟੀਜਰ ਹੋਣਗੇ such that ਕਿ ਆਪਾਂ ਲਿਖ ਸਕਦੇ ਹਾਂ l ਇਕੁਅਲ ਟੂ k q ਪਲੱਸ r। ਜਿਹੜਾ r ਹੁੰਦਾ ਹੈ ਉਹ ਨॉन ਨੈਗੇਟਿਵ ਹੁੰਦਾ ਹੈਗਾ ਤੇ l ਤੋਂ ਛੋਟਾ ਹੋਊਗਾ। ਇਹ ਆਪਣੇ ਕੋਲ k ਤੋਂ, ਸੌਰੀ ਡਿਵੀਜ਼ਨ ਤੋਂ ਛੋਟਾ ਲੈਣਾ ਹੁੰਦਾ, ਇਹ k ਤੋਂ ਛੋਟਾ ਹੋਊਗਾ। ਸੋ ਹੁਣ ਧਿਆਨ ਦਿਓ ਕੀ ਕਰ ਰਹੇ ਆਪਾਂ ਇਸ ਤੋਂ ਬਾਅਦ, therefore ਆਪਾਂ ਨੇ a ਦੀ ਪਾਵਰ ਵੈਸੇ ਲਿਆ ਆਪਣੇ ਵੱਲੋਂ, a ਦੀ ਪਾਵਰ ਜੋ ਹੈ a ਦੀ ਪਾਵਰ l ਦਾ ਆਰਡਰ ਆਲਸੋ a ਦੀ ਪਾਵਰ l ਦਾ ਜੋ ਆਰਡਰ ਹੈ ਉਹ ਗਰੁੱਪ ਦੇ ਆਰਡਰ ਨਾਲ ਮੈਚ ਕਰੇਗਾ, ਬਿਕੋਜ਼ ਸਾਈਕਲਿਕ ਗਰੁੱਪ ਜਿਹੜਾ ਹੁੰਦਾ ਜਨਰੇਟਰ ਦਾ ਆਰਡਰ ਗਰੁੱਪ ਦੇ ਨਾਲ ਮੈਚ ਕਰਦਾ, ਸਬ ਗਰੁੱਪ ਗਰੁੱਪ ਹੀ ਹੁੰਦਾ ਜੀ, ਇਹ ਇਹਨਾਂ ਮੈਚ ਕਰੇਗਾ ਜੀ। ਤੇ ਇਹਦਾ ਆਰਡਰ ਕਿੰਨਾ ਮੰਨਿਆ ਹੋਇਆ ਆਪਾਂ m, ਦੇਖ ਰਹੇ ਪੱਕਾ ਪਤਾ ਕਿ a ਦੀ ਪਾਵਰ l ਦੀ ਪਾਵਰ ਜੇ ਆਪਾਂ m ਲਵਾਂਗੇ ਤਾਂ ਪੱਕਾ e ਬਣੇਗਾ ਆਰਡਰ ਦੀ ਡੈਫੀਨੇਸ਼ਨ। ਇਹਦੇ ਵਿੱਚ ਫਿਰ ਆਪਾਂ ਨੇ a ਦੀ ਪਾਵਰ lm ਇਕੁਅਲ ਟੂ e ਹੋ ਗਿਆ, ਇਹ l ਦੀ ਵੈਲਿਊ ਭਰਤੀ, ਨੰਬਰਿੰਗ ਪਾ ਲਿਓ, ਨੰਬਰਿੰਗ ਪਿੱਛੇ ਜੋ ਨੰਬਰਿੰਗ ਹੈਗੇ 1 2 3 ਅੱਗੇ ਕੰਟੀਨਿਊ ਕਰ ਲਿਓ। ਇੱਥੋਂ ਆ ਗਿਆ ਆਪਣੇ ਕੋਲ a ਦੀ ਪਾਵਰ l ਦੀ ਵੈਲਿਊ ਭਰਤੀ k q ਪਲੱਸ r ਇੰਟੂ m, ਇਹ ਪੱਕਾ e ਹੋਊਗਾ ਯੂਜ਼ਿੰਗ 2 ਨੰਬਰ 2 ਸਪੋਜ਼ ਕਰ ਲਈ ਆਪਾਂ ਨੇ। Therefore this implies a ਦੀ ਪਾਵਰ ਇਹ ਮਲਟੀਪਲਾਈ ਕਰ ਲਿਆ k q m ਪਲੱਸ m r ਇਕੁਅਲ ਟੂ e, ਇਹਨੇ ਤਾਂ ਲਿਖ ਲਿਆ a ਦੀ ਪਾਵਰ k ਦੀ ਪਾਵਰ m ਦੀ ਪਾਵਰ q ਇੰਟੂ a ਦੀ ਪਾਵਰ m। ਇਦਾਂ ਦੇਖ ਲਿਆ ਆਪਾਂ, ਉਹ ਮਲਟੀਪਲਾਈ ਕਰਾਂਗੇ ਸੇਮ ਬਣ ਜਾਣਾ, k m q ਮਲਟੀਪਲਾਈ ਕਰਾਂਗੇ ਆਹੀ ਚੀਜ਼ ਬਣ ਜੂ। ਇਦਾਂ ਕਿਉਂ ਕੀਤਾ ਆਪਾਂ ਨੇ, ਜਿਹੜਾ ਆਰਡਰ ਆਫ a ਦੀ ਪਾਵਰ k ਆ ਇਹਨੂੰ ਕੀ ਮੰਨਿਆ ਹੋਇਆ ਆਪਾਂ ਨੇ m, ਪਿੱਛੇ ਸੀਗਾ ਯੂਨੀਕਨੈਸ ਤੋਂ ਉੱਪਰ ਸੀਗਾ
ਆਰਡਰ ਆਫ a ਦੀ ਪਾਵਰ k m ਸੀਗਾ ਤਾਂ देयरफॉर a ਦੀ ਪਾਵਰ k ਦੀ ਪਾਵਰ m ਪੱਕਾ e ਬਣੇਗਾ। ਇਹਦੀ ਵੈਲਿਊ ਪਤਾ e ਹੋਊਗਾ ਤਾਂ ਇਹ ਅਲੱਗ ਬਣਾਈ ਆ ਕਿ ਇਹ e ਬਣ ਜੇ ਫਿਰ e ਦੀ ਪਾਵਰ q ਆ ਜਾਊਗਾ। ਇੱਥੋਂ ਕੀ ਹੋ ਗਿਆ a ਦੀ ਪਾਵਰ m r ਇਹ e ਦੀ ਪਾਵਰ ਜਿੰਨੀ ਮਰਜ਼ੀ ਹੋਵੇ e ਹੋਊਗਾ। e ਇਨਟੂ ਸਮਥਿੰਗ ਕੀਤਾ ਇਹ ਪੱਕਾ ਸੇਮ ਹੀ ਆਊਗਾ। ਇੱਥੇ ਪਹੁੰਚ ਗਿਆ ਆਪਾਂ। ਆਲਸੋ ਆਪਣੇ ਕੋਲ ਸੀਗਾ ਆ ਸੀਗਾ 0 ਲੈਸ ਦੈਨ ਇਕੁਅਲ ਟੂ r ਲੈਸ ਦੈਨ k। ਹੁਣ ਧਿਆਨ ਦਿਓ ਕਿੱਧਰ ਪਾਸੇ ਜਾ ਰਹੇ ਆਪਾਂ। ਇਹਨੂੰ m ਨਾਲ ਮਲਟੀਪਲਾਈ ਕਰਤਾ 0 ਲੈਸ ਦੈਨ ਇਕੁਅਲ ਟੂ mr ਲੈਸ ਦੈਨ mk। ਗੌਰ ਨਾਲ ਦੇਖੋ ਸ਼ਾਇਦ ਨੰਬਰਿੰਗ 1 ਜਿੱਥੇ ਪਾਇਆ ਸੀ ਆਪਾਂ ਨੇ mk ਜੋ ਸੀ ਉਹ n ਬਰਾਬਰ ਸੀਗਾ 0 ਲੈਸ ਦੈਨ ਇਕੁਅਲ ਟੂ mr ਲੈਸ ਦੈਨ n। mk n ਬਰਾਬਰ ਮੰਨਿਆ ਹੈ। ਯੂਨੀਕਨੈਸ ਤੋਂ ਉੱਪਰ ਆਪਾਂ ਨੰਬਰਿੰਗ 1 ਪਾਈ ਸੀਗੀ ਉਹ ਦੇਖ ਲਿਓ। ਤਾਂ ਇੱਥੋਂ ਕੀ ਸ਼ੋ ਕਰਤਾ देयरफॉर a ਦੀ ਪਾਵਰ mr ਇਕੁਅਲ ਟੂ e ਸ਼ੋ ਕੀਤਾ ਅਤੇ 0 ਲੈਸ ਦੈਨ ਇਕੁਅਲ ਟੂ mr ਲੈਸ ਦੈਨ n। ਇਹ ਹੋਊਗਾ ਨਾਟ ਪੋਸੀਬਲ। ਇਹ ਪੋਸੀਬਲ ਨਹੀਂ ਹੈ ਸ਼ਾਇਦ ਧਿਆਨ ਚ ਆ ਗਿਆ ਹੋਵੇ। ਜੇ 0 ਲੈਸ ਦੈਨ mr ਲੈਸ ਦੈਨ n ਹੋਊਗਾ। देखो वो समझ आया ये क्यों पॉसिबल नहीं है। इसका कंसेप्ट बहुत बार यूज कर रहे हैं बड़े पार्टनर उन्हें पता होगा। बिकॉज ऑर्डर ऑफ ए एन ऑर्डर ऑफ ए ਆਪਾਂ ਨੇ n ਦਿੱਤਾ ਹੋਇਆ ਹੈਗਾ ਸਟਾਰਟਿੰਗ गिवन ਸੀਗਾ मतलब n ਤੋਂ ਛੋਟੀ ਪਾਵਰ ਪੋਜ਼ਿਟਿਵ n ਤੋਂ ਛੋਟੀ ਪੋਜ਼ਿਟਿਵ ਪਾਵਰ ਵਾਸਤੇ ਕਦੇ e ਨਹੀਂ ਬਣ ਸਕਦਾ। ਇਹ ਪੋਜ਼ਿਟਿਵ ਲਈ 0 ਤੋਂ ਵੱਡੀ ਆ ਇਹ ਪਾਵਰ ਜੋ ਹੈ ਉਹ n ਤੋਂ ਛੋਟੀ ਹੈ। ਇਹਦੇ ਵਾਸਤੇ ਆਪਾਂ e ਬਣਾਤਾ। ਇਹ ਪੋਸੀਬਲ ਨਹੀਂ ਹੈ ਬਿਕੋਜ਼ ਆਰਡਰ ਦੀ ਡੈਫੀਨੇਸ਼ਨ ਹੁੰਦੀ ਹੈ ਕਿ ਲੀਸਟ ਪੋਜ਼ਿਟਿਵ ਇੰਟੈਗਰਲ ਪਾਵਰ ਹੈ ਜਿਹਦੇ ਵਾਸਤੇ e ਬਣੂਗਾ। ਤਾਂ ਇੱਥੋਂ ਕੀ ਹੋ ਗਿਆ देयरफॉर ਇਹ ਨਹੀਂ ਹੋ ਸਕਦਾ ਤਾਂ ਕੀ ਹੋਊਗਾ mr ਪੱਕਾ 0 ਹੋਊਗਾ। m ਕੀ ਆ ਹੁਣ ਇਹ ਗੱਲ ਨਾ ਕਨਸੈਪਟ ਸਮਝਣਾ ਆਪਾਂ ਨੇ। ਦੋ ਨੰਬਰਾਂ ਦੀ ਪ੍ਰੋਡਕਟ 0 ਆ ਗਈ ਇੱਥੋਂ m ਵੀ 0 ਹੋ ਸਕਦਾ r ਵੀ 0 ਹੋ ਸਕਦਾ। ਹੁਣ m ਬਾਰੇ ਡਿਸਾਈਡ ਕਰੋ m ਕੀ ਮੰਨਿਆ ਆਪਾਂ ਨੇ। ਜਿਹੜਾ m ਸੀਗਾ ਇਹ ਆਰਡਰ ਆਫ a ਦੀ ਪਾਵਰ k ਇਹ m ਲਿਆ ਸੀ ਆਪਾਂ ਨੇ ਇਹ ਪ੍ਰੂਵ ਕੀਤਾ ਸੀ। ਆਰਡਰ ਕੀ ਹੁੰਦਾ ਕਿ ਆਰਡਰ 0 ਆ ਸਕਦਾ ਕਦੇ। ਇਹ ਪੋਜ਼ਿਟਿਵ ਇੰਟੀਜਰ ਹੁੰਦਾ। ਜੇ ਪੋਜ਼ਿਟਿਵ ਇੰਟੀਜਰ ਹੁੰਦਾ ਹੈਗਾ ਤਾਂ ਪੱਕਾ ਪਤਾ ਕਿ m ਕੀ ਹੋਊਗਾ ਨਾਨ ਜ਼ੀਰੋ ਹੋਊਗਾ। ਹੁਣ ਇਹ ਪੱਕਾ ਪਤਾ ਨਾਨ ਜ਼ੀਰੋ ਆ। ਪ੍ਰੋਡਕਟ 0 ਤਾਂ ਹੀ ਆਊਗੀ ਅਗਰ r ਕਿੰਨਾ ਹੋਊਗਾ ਪੱਕਾ ਇੱਥੋਂ 0। ਜਾਂ ਇਦਾਂ ਕਹਿ ਲਓ ਜਾਂ ਇਦਾਂ ਕਹਿ ਲਓ ਸਮਝ ਕੇ ਕੰਮ ਚਲਾਉਣਾ ਜੀ ਸਮਝ ਕੇ ਕਰਨਾ ਅੱਗੇ। 0 ਅਪੋਨ ਨਾਨ ਜ਼ੀਰੋ ਜਿਹੜਾ ਹੁੰਦਾ ਉਹ 0 ਹੁੰਦਾ। ਇਹ ਗੱਲਾਂ ਦੇਖਣੀਆਂ ਸਾਰੀਆਂ ਇਦਾਂ ਕਰ ਲਓ ਤਾਂ ਵੀ ਠੀਕ ਆ नीचे ले गए m नॉन जीरो आ ਜਾਂ ਇਦਾਂ ਕਰ ਲਓ ਸਿੱਧਾ ਕਹਿ ਦੋ ਕਿ r 0 ਆ। ਕਿਉਂ ਕਿਉਂਕਿ m ਨॉन ਜ਼ੀਰੋ ਹੈਗਾ नॉन जीरो इंटू 0 करांगे ਤਾਂ ਹੀ 0 ਆਊਗਾ ਆਂਸਰ ਦਾ ਪੱਕਾ r 0 ਹੋਊਗਾ। ਤਾਂ ਕੀ ਸ਼ੋ ਹੋ ਗਿਆ ਆਪਣਾ ਦੇਖੋ ਕਿੱਥੇ ਜਾਣਾ ਸੀ ਆਪਾਂ ਨੇ। देयरफॉर जो l ਸੀਗਾ ਉਹ ਕੀ ਮੰਨਿਆ ਸੀ ਆਪਾਂ ਨੇ k q plus 0 ਹੋ ਗਿਆ। देयरफॉर l ਕਿੰਨਾ ਹੋ ਗਿਆ k q। ਇਹ ਸ਼ੋ ਕਰਨਾ ਸੀ ਆਪਾਂ ਨੇ। ਹੁਣ ਇਹ ਸਾਰਾ ਸ਼ੋ ਕਿਉਂ ਕੀਤਾ ਜੀ ਕਿਵੇਂ ਕੀਤਾ ਉਹ ਦੇਖ ਲਿਆ ਆਪਾਂ। ਇਹ ਲੋਡ ਕਿਉਂ ਪਈ ਆਪਾਂ ਨੂੰ ਕਿਉਂ ਕਰਨ ਦੀ ਉਹ ਧਿਆਨ ਦਿਓ ਇਸ ਤੋਂ ਬਾਅਦ ਹੀ ਅੱਗੇ। ਹੁਣ ਆਪਾਂ ਕਿਵੇਂ ਸ਼ੋ ਕਰਨਾ ਆਪਣਾ ਇਹ ਕੰਮ ਸੀਗਾ ਕਿ h ਡੈਸ਼ ਨੂੰ ਸਬਸੈਟ ਆਫ h ਸ਼ੋ ਕਰਾਂਗੇ। ਦੋਨਾਂ ਦਾ ਆਰਡਰ ਦਾ ਪਹਿਲੀ ਸੇਮ ਹੈਗਾ ਹੀ ਆ ਫਿਰ ਇਥੋਂ h ਤੇ h ਡੈਸ਼ ਬਰਾਬਰ ਹੋ ਜਾਣੇ ਯੂਨੀਕ ਆ ਜਾਊਗਾ ਆਂਸਰ। ਉਹ ਸਬਸੈਟ ਕਿਵੇਂ ਸ਼ੋ ਕਰਾਂਗੇ ਆਪਾਂ ਲੈਟ ਕਰਾਂਗੇ ਕੋਈ x ਜੋ ਹੈ ਉਹ h ਡੈਸ਼ ਤੇ h ਡੈਸ਼ ਕੀ ਹੈਗਾ ਜਨਰੇਟਡ ਬਾय a ਦੀ ਪਾਵਰ l। ਜੇ ਕੋਈ ਵੀ ਐਲੀਮੈਂਟ ਆਪਾਂ h ਡੈਸ਼ ਚੋਂ ਮੰਨਾਂਗੇ ਉਹ ਸਾਈਕਲਿਕ ਗਰੁੱਪ ਆ ਤਾਂ h ਨੂੰ x ਨੂੰ
AL ਦੀ ਆਪਾਂ ਕੋਈ ਵੀ ਪਾਵਰ ਲਿਖ ਸਕਦੇ ਹਾਂ। N1 ਕੀ ਹੋਊਗਾ? ਇੰਟੀਜਰ ਹੋਊਗਾ। ਦੇਖੀ ਜਾਓ ਕਿਵੇਂ ਕਰ ਰਹੇ ਆਪਾਂ। ਇਹ ਲਿਖ ਸਕਦੇ ਬਿਕੋਜ਼ ਸਾਈਕਲਿਕ ਗਰੁੱਪ ਤੇ L ਦੀ ਵੈਲਿਊ ਕੱਢਤੀ ਆਪਾਂ। ਹੁਣ ਇਹ ਆ ਗਿਆ K Q L ਦੀ ਵੈਲਿਊ ਆ ਨਾਲ N1 ਆ ਗਿਆ। ਇਹਨੂੰ ਲਿਖ ਲਿਆ ਆਪਾਂ A K ਦੀ ਪਾਵਰ Q into N1। A ਦੀ ਪਾਵਰ K ਦੀ ਜੇ ਆਪਾਂ ਇਸ ਨੂੰ X ਨੂੰ ਕੀ ਮਤਲਬ ਬਣ ਗਿਆ ਕਿ X ਨੂੰ ਆਪਾਂ AK ਦੀ ਪਾਵਰ ਲਿਖ ਸਕਦੇ ਹਾਂ। ਜੇ X ਨੂੰ ਆਪਾਂ AK ਦੀ ਪਾਵਰ ਲਿਖ ਸਕਦੇ ਹੈਗੇ ਹਾਂ ਤਾਂ ਇਹ ਸਾਰੀਆਂ ਪਾਵਰਾਂ ਕਿਹਦੇ ਵਿੱਚ ਆ ਰਹੀਆਂ ਨੇ? ਇਹ ਸਾਰੀਆਂ H ਚ ਆ ਰਹੀਆਂ ਨੇ। ਕਿਉਂ? H ਕੀ ਹੈਗਾ? ਜਨਰੇਟਡ ਬਾय AK। ਇਹਦਾ ਮਤਲਬ ਕੀ ਹੈਗਾ? ਜਿੰਨੀਆਂ ਵੀ ਇਹਦੀਆਂ ਪਾਵਰਸ ਹੋਣਗੀਆਂ ਉਹ ਸਾਰੀਆਂ ਆਪਾਂ ਇਹ ਚ ਮੰਨੀਆਂ ਹੋਈਆਂ ਸਬ ਗਰੁੱਪ ਦੇ ਵਿੱਚ। ਜਿਵੇਂ ਆ ਕੀਤਾ ਆਪਾਂ ਨੇ, ਆ ਸ਼ੋ ਕੀਤਾ ਆਪਾਂ ਨੇ। ਇਹਦਾ ਮਤਲਬ ਕੀ ਹੁੰਦਾ ਕਿ ਜਿੰਨੀਆਂ ਵੀ A ਦੀਆਂ ਪਾਵਰਸ ਹੋਣਗੀਆਂ ਉਹ ਸਾਰੀਆਂ H ਵਿੱਚ ਆਉਣਗੀਆਂ। ਹੁਣ ਇਹ H ਸਾਈਕਲਿਕ ਗਰੁੱਪ ਕੀ ਹੈ? ਜਨਰੇਟਡ ਬਾय A ਦੀ ਪਾਵਰ K। ਹੁਣ ਇਹ A ਦੀ ਪਾਵਰ K ਦੀ ਪਾਵਰ ਆ ਗਈ। Q ਵੀ ਇੰਟੀਜਰ ਆ, N1 ਵੀ ਇੰਟੀਜਰ ਆ, ਇੰਟੈਗਰਲ ਪਾਵਰ ਬਣੇਗੀ ਜੀ। A ਦੀ ਪਾਵਰ K ਦੀ ਪਾਵਰ ਜਿੰਨੀਆਂ ਵੀ ਨੇ ਉਹ ਸਾਰੀਆਂ H ਚ ਆਉਣਗੀਆਂ। ਕਿਉਂ ਆਉਣਗੀਆਂ? ਬਿਕੋਜ਼ H ਜੋ ਹੈ ਉਹ ਜਨਰੇਟਡ ਬਾय A ਦੀ ਪਾਵਰ K ਆ। A ਦੀ ਪਾਵਰ K ਦੀਆਂ ਪਾਵਰਸ ਸਾਰੀਆਂ H ਚ ਆਉਣਗੀਆਂ। ਇਹ ਥੋੜਾ ਮੈਂ ਦੱਸ ਦਵਾਂ ਗੱਲ ਜੇ ਸਮਝ ਨਹੀਂ ਆ ਰਹੀ ਗੱਲ। ਜੇ ਸਮਝ ਆ ਗਈ ਚੰਗੀ ਗੱਲ ਆ ਜੀ। ਇਹ ਪ੍ਰੂਫ ਆਪਾਂ ਲਾਸਟ ਫਿਲਮਾਂ 'ਚ ਕੀਤਾ ਸੀਗਾ ਕਿ ਜੋ H ਹੈਗਾ ਇਹਨੂੰ ਪਹਿਲਾਂ ਆਪਾਂ ਇਹਦੇ ਵਿੱਚ ਸਾਰੀਆਂ ਪਾਵਰਸ ਪਾਈਆਂ ਸੀਗੀਆਂ। A ਦੀ ਪਾਵਰ 0, A ਦੀ ਪਾਵਰ 1, A ਦੀ ਪਾਵਰ, ਇਹ ਸਾਰੀਆਂ ਪਾਵਰਸ ਪਾਈਆਂ ਸੀਗੀਆਂ ਤੇ therefore ਇਹਨੂੰ ਸ਼ੋ ਕੀਤਾ ਸੀਗਾ ਕਿ ਇਹਦੇ ਵਿੱਚ ਸਿਰਫ ਡਿਸਟਿੰਕਟ n ਪਾਵਰ, ਇਹ ਸਾਰੀਆਂ ਪਾਵਰ ਇਹਦੇ ਵਿੱਚ ਹੋਣਗੀਆਂ ਬਿਕੋਜ਼ ਕੁਝ ਸੇਮ ਵੀ ਹੋਣਗੀਆਂ। ਤਾਂ H 'ਚ ਪਹਿਲਾਂ ਸਾਰੀਆਂ ਪਾਵਰ ਪਾਈਆਂ ਸੀ ਆਪਾਂ, ਉਹਦੇ ਵਿੱਚ ਸਿਰਫ ਆਹੀ ਪਾਵਰ ਰਹਿ ਗਈਆਂ ਸੀ ਕਿਉਂਕਿ ਇਹ ਡਿਸਟਿੰਕਟ ਨੇ ਅਤੇ ਜੋ ਵੀ ਪਾਵਰ ਆਪਾਂ ਇਹ 'ਚੋਂ ਮੰਨਾਂਗੇ ਇਹਦੇ ਵਿੱਚੋਂ ਹੀ ਹੋਊਗੀ। ਇਹ ਸਾਰੀਆਂ ਪਾਵਰ ਕਵਰ ਕਰ ਰਿਹਾ, ਇਹ ਸਾਰੀਆਂ ਪਾਵਰਸ ਕਵਰ ਕਰ ਰਿਹਾ। ਉਵੇਂ ਇਹਦੇ ਵਿੱਚ ਆਪਾਂ ਨੇ ਇਹ ਸਾਰੀਆਂ ਪਾਵਰ ਕਵਰ ਕਰੇਗਾ। ਤਾਂ ਇਹ ਪਾਵਰ ਜਿਹੜੀ ਹੈਗੀ ਆ X AK ਦੀ ਪਾਵਰ ਆ ਰਹੀ ਹੈ ਤਾਂ A ਵੀ ਪੱਕਾ H ਵਿੱਚ ਆਊਗੀ। ਆਪਾਂ ਇੱਥੇ ਪਹੁੰਚਣਾ ਸੀਗਾ ਕਿ X ਕੋਈ ਐਲੀਮੈਂਟ ਲਿਆ, ਉਹਨੂੰ ਆਪਾਂ H ਡੈਸ਼ ਨੂੰ H ਸ਼ੋ ਕਰਤਾ, therefore H is subset of H dash, H dash is subset of H ਹੋਊਗਾ। ਇਹ ਆਪਾਂ ਸ਼ੋ ਕਰਨਾ ਸੀਗਾ, ਇਹ ਆਪਾਂ ਇਹ 'ਚ ਸ਼ੋ ਕਰਨਾ ਸੀ ਕਿ ਜੇ X ਨੂੰ ਦਿੱਤਾ ਕੀ ਹੋਇਆ ਸੀ, X ਜੇ A ਦੀ ਪਾਵਰ L ਦੀ ਫਾਰਮ 'ਚ ਲਿਖ ਸਕਦੇ ਹਾਂ, ਉਹਦੀ ਪਾਵਰ ਲਿਖ ਸਕਦੇ ਹਾਂ, ਤਾਂ ਉਹਨੂੰ A ਦੀ ਪਾਵਰ K ਦੀ ਫਾਰਮ 'ਚ ਬਣਾਉਣਾ ਸੀ। ਤਾਂ L ਨੂੰ K 'ਚ ਕਨਵਰਟ ਕਰਨਾ ਸੀ, ਤਾਂ ਹੀ ਆਪਾਂ L ਨੂੰ K ਤੇ ਡਿਵਾਈਡ ਕੀਤਾ, ਫਿਰ ਰਿਮਾਈਂਡਰ 0 ਕੀਤਾ, ਉਹ ਇਦਾਂ ਪਾਵਰ ਬਣ ਜਾਏਗੀ। ਇੱਥੇ ਪਹੁੰਚ ਗਏ ਆਪਾਂ, ਇੱਕ ਦੋ ਸਟੈਪ ਹੋਰ ਰਹਿ ਗਏ ਬਸ। Therefore ये also जो ऑर्डर ऑफ H डैश है ये ऑर्डर ऑफ H आ, दोने M दे इक्वल ने, सबसेट आ ऑर्डर आ बराबर आ, therefore ਆਪਾਂ ਕਹਿ ਸਕਦੇ ਹਾਂ कि H डैश इक्वल टू H होगा, therefore सब कुछ की होगा पक्का यूनिक। therefore ਆਪਾਂ ਕਹਿ ਸਕਦੇ ਹਾਂ therefore there exist a subgroup H subgroup H of G such that order of H की होगा पक्का M होगा। ध्यान दो जी, ਇਹ ਪਾਰਟ ਪਹਿਲਾਂ ਪ੍ਰੂਵ ਕੀਤਾ ਸੀ, ਆਪਾਂ ਸ਼ੋ ਕਰਤਾ ਸੀਗਾ ਕਿ ਇੱਕ ਸਬ ਗਰੁੱਪ HG ਦਾ ਇਹ ਪੱਕਾ ਐਗਜ਼ਿਸਟ ਕਰੂਗਾ ਜਿਹਦਾ ਆਰਡਰ M ਹੋਊਗਾ। ਤੇ ਆਹ ਪਾਰਟ ਕੀ ਕੀਤਾ ਆਪਾਂ ਨੇ, ਇਹ ਯੂਨੀਕਨੈਸ ਸ਼ੋ ਕੀਤੀ ਹੈ। therefore ਆਪਾਂ ਹੁਣ ਕਹਿ ਸਕਦੇ ਹੈਗੇ ਆ कि therefore there exists a unique subgroup H of G such that order of H equal to M। ये थ्योरम है, ये थ्योरम काफी इंपॉर्टेंट है जी, ये थ्योरम काफी इंपॉर्टेंट सी, वो देख लियो। एक छोटी गल होर दसनी है इहदे विच, वो गल देख लो।
चलो मैं रब कर देना सारा। इस साइड ते पा लियो। ये लग्रांजे थ्योरम आपां कीती सी जी। ये की सी ऑर्डर ऑफ सब ग्रुप डिवाइड्स ऑर्डर ऑफ ग्रुप। मतलब इदा इदा लिख रहा मैं, इफ H is सब ग्रुप ऑफ G एंड ऑर्डर ऑफ H इक्वल टू M and order of G is equal to N, this implies M divides N। जब मोटी आप स्टेटमेंट पढ़ी सी जी लग्रांजे दी कि ऑर्डर ऑफ सब ग्रुप जो होगा ऑर्डर ऑफ ग्रुप में डिवाइड करेगा। इदा भी लिख लो H सब ग्रुप ऑफ G आ जो H का ऑर्डर होगा M ये पक्का G में डिवाइड करेगा। इसका उल्टा की बनेगा, जैन इदा लिखना थोड़ा मैं, H सब ग्रुप ऑफ G हैगा, पहले इदा पा ली, इफ ऑर्डर ऑफ G इज इक्वल टू N, H सब ग्रुप ऑफ G हैगा एंड ऑर्डर ऑफ H इक्वल टू M। इदा पा लो ग्रुप का ऑर्डर G N आ, H कोई सब ग्रुप आ जिहदा ऑर्डर M आ दा सब ग्रुप का ऑर्डर पक्का ग्रुप में डिवाइड करेगा। ये थ्योरम आपां लैग्रांजे प्रूव की थी। इसदा उल्टा की बनेगा, उल्टा बनेगा कि आह गिवन आह प्रूव करना, ये तो गिवन ही है सारा। इत्थे पा लो इफ, तो इफ इत्थे पिया रहिंदा कोई प्रॉब्लम नहीं। इसदा उल्टा की बन गया, जे ग्रुप का ऑर्डर उल्टा M डिवाइड N करता है, M डिवाइड N करता, ग्रुप का ऑर्डर N, तो इथों की बनेगा उल्टा कि एक सब ग्रुप ऑफ G होगा, H पक्का सब ग्रुप ऑफ G होगा, G का ऑर्डर की होगा M होगा। ये उल्टा बनेगा, उल्टा कह लो चाहे कन्वर्स कह लो, जे समझा आ गिवन होगा प्रूफ आ तो गिवन ही है ओवरऑल। तो ये की बनया जे M डिवाइड N करता हैगा, ग्रुप का ऑर्डर N हैगा, तो एक सब ग्रुप पक्का होगा G विदा जिहदा ऑर्डर पक्का M होगा। आ वाला जो आप लैग्रांजे थ्योरम प्रूव की सीगी उहदे विच इह मन के इह प्रूव किया सी, इफ एंड ओनली इफ नहीं सी, उहदे विच कन्वर्स नहीं हैगा सी। मतलब कन्वर्स प्रूव तां नहीं किया बिकॉज कन्वर्स प्रूव नहीं हुंदा हैगा। पर जे गौर नाल देखो ये चीज़ आपां हुण प्रूव नहीं की हैगी। M डिवाइड N करदा, ऑर्डर ऑफ ग्रुप N हैगा, तो एक सब ग्रुप पक्का एग्जिस्ट करेगा जिहदा ऑर्डर M होगा, तो यह सब ग्रुप ना आपां यूनीक भी शो किया हैगा। ये हुणी प्रूव किया आपां ने, पर यह हरेक ग्रुप वास्ते नहीं शो किया आपां ने। ये काहदे वास्ते किया हैगा, इहदे विच जिहड़ी आपां थ्योरम प्रूव की हैगी आ हुण ਉਹ GO ਚ ਕੀ ਸੀਗਾ ਸਾਈਕਲਿਕ, G और भी साइक्लिक सीगा अपने को। मतलब साइक्लिक ग्रुप वास्ते कन्वर्स ऑफ लैग्रांजे थ्योरम ट्रू है, नोट पा लियो, कन्वर्स ऑफ लैग्रांजे थ्योरम is true for cyclic groups। पेपर च इदा भी क्वेश्चन थ्योरम आ सकती है, स्टेट द कंडीशन फॉर विच कन्वर्स ऑफ लैग्रांजे थ्योरम इज ट्रू एंड आल्सो प्रूव इट्स कन्वर्स। इस कंडीशन के अकॉर्डिंग लैग्रांजे थ्योरम का कन्वर्स ट्रू होगा, तो आप कहांगे जे ग्रुप साइक्लिक है फिर लैग्रांजे थ्योरम का प्रूफ जिहड़ा हैगा वो ट्रू होगा, कन्वर्स ट्रू होगा। ते नाल प्रूव करने वास्ते कहें प्रूफ सारा पेंडिंग है। तो यह गल बन गई कि साइक्लिक ग्रुप वास्ते जे लैग्रांजे थ्योरम का कन्वर्स है वो ट्रू होंदा। तो ये सारी थ्योरम से ध्यान नाल देख लियो जी, कोई डाउट होया तो पूछ लियो जी।
ਥੈਂਕ ਯੂ।